ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਿਤਕ ਕਾਲ ਬੀਤਤ ਭਇਓ। ਕਿੰਨਾ ਕੁ ਸਮਾਂ ਜਦੋਂ ਫਿਰ ਇਸ ਤਰ੍ਹਾਂ ਬਤੀਤ ਹੋਇਆ ਹੈ ਸੁਲਤਾਨਪੁਰ ਲੋਧੀ ਅੰਦਰ, ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਦੀ ਹਜ਼ੂਰ ਕਾਰ ਕਰਦੇ ਆ। ਤਬਹਿ ਪਿਸ਼ਨ ਇੱਕ ਆਏ। ਤਦੋਂ ਇੱਕ ਚੁਗਲ ਨੇ ਆ ਕਰਕੇ ਦੂਤੀ ਕਰੀ ਜੈ ਰਾਮ ਪੈ। ਭਾਈ ਜੈ ਰਾਮ ਜੀ ਦੇ ਕੋਲ ਆ ਕਰਕੇ ਸ੍ਰੀ ਗੁਰੂ ਜੀ ਦੀ ਚੁਗਲੀ ਕਰਨਾ ਕੀਤੀ। ਸਦਨ ਇਕੰਤ ਬਸਾਏ। ਘਰ ਦੇ ਵਿੱਚ ਇਕੱਲਿਆਂ ਨੂੰ ਬਿਠਾ ਕਰਕੇ ਇਉਂ ਚੁਗਲੀ ਕਰਨ ਲੱਗਾ। ਹਾਕਲ ਛੰਦ ਤੇ ਅਸੋਦਰ ਤੁਮ ਸਮਝਾਓ। ਕਹਿਣ ਲੱਗੇ ਜੈ ਰਾਮ ਆਪਣੀ ਘਰਵਾਲੀ ਦੇ ਭਰਾ ਨੂੰ, ਭਾਵ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੂੰ ਸਮਝਾਉਣਾ ਕਰ। ਧਨ ਬਿਰਥਾ ਨਾਹੀਂ ਲੁਟਾਓ। ਕਿ ਵਿਅਰਥ ਹੀ ਜਿਹੜਾ ਧਨ ਮੈਂ ਉਹਨੂੰ ਨਹੀਂ ਲੁਟਾਉਣਾ ਚਾਹੀਦਾ। ਮਨ ਜਾਨ ਭਲੇ ਮਮ ਬੈਨਾ। ਇਹ ਮੇਰੇ ਜਿਹੜੇ ਬੋਲ ਵੈ ਇਹ ਭਲੇ ਇਹਨਾਂ ਨੂੰ ਚੰਗੀ ਤਰ੍ਹਾਂ ਭਲੇ ਜਾਣ ਕਰਕੇ ਮਨ ਵਿੱਚ ਮੰਨਣਾ ਕਰ। ਮਨ ਤਨਕ ਤਾਹੇ ਕੇ ਭੈ ਨਾ। ਤਨਕ ਥੋੜਾ ਮਾਤਰ ਵੀ ਤਾਂ ਉਹਨਾਂ ਦੇ ਮਨ ਦੇ ਅੰਦਰ ਡਰ ਨਹੀਂ ਹੈ। ਬਹੁ ਦੇਤ ਫਕੀਰਨ ਦਰਬਾ। ਫਕੀਰਾਂ ਨੂੰ ਤਾਂ ਬਹੁਤ ਜ਼ਿਆਦਾ ਧਨ ਵੰਡੀ ਜਾਂਦੇ ਐ। ਨਿਤ ਖੋਟ ਤੁਰਕ ਘਰ ਸਰਬਾ। ਤੁਰਕਾਂ ਦਾ ਸਾਰਾ ਹੀ ਘਰ ਨਿਤਾ ਪ੍ਰਤੀ ਇਹ ਉਜਾੜ ਰਹੇ ਐ, ਭਾਵ ਤੁਰਕਾਂ ਦਾ ਮੋਦੀ ਖਾਨਾ ਲੁਟਾ ਰਹੇ ਐ। ਤੁਮ ਖੋਏ ਤੁਰਕ ਕੀ ਜਾਨੋ। ਫਿਰ ਤੁਰਕਾਂ ਦੀ ਜਿਹੜੀ ਖੋਏ ਆਦਤ ਵਾ, ਜਿਹੜਾ ਸੁਭਾਅ ਏ, ਉਹ ਤੁਸੀਂ ਚੰਗੀ ਤਰ੍ਹਾਂ ਜੈ ਰਾਮ ਜੀ ਜਾਣਦੇ ਹੋ ਕੈਸੇ ਸਖਤ ਹਨ। ਦੁਖ ਦਾਨੀ ਅਮਲ ਪਛਾਨੋ। ਇਹ ਫਿਰ ਬੜਾ ਦੁਖਦਾਈ ਹੋਵੇਗਾ। ਇਹ ਕੀਤਾ ਹੋਇਆ ਸਭ ਕੁਝ ਜਦੋਂ ਇਹਦਾ ਅਮਲ ਹੋਇਆ ਨਾ, ਭਾਵ ਇਹਦਾ ਨਤੀਜਾ ਨਿਕਲਿਆ ਤੇ ਪਛਾਣਿਓ, ਭਾਵ ਫਿਰ ਇਸ ਗੱਲ ਨੂੰ ਜਾਣੋ ਕਿ ਬੜਾ ਹੀ ਦੁਖਦਾਈ ਹੋਵੇਗਾ। ਕੋਈ ਸਜ਼ਾ ਕੈਦ ਨਾ ਪਾ ਦੇਣ। ਭੈ ਮਾਨ ਭਇਓ ਜੈ ਰਾਮਾ। ਜੈ ਰਾਮ ਜੀ ਜਦੋਂ ਇਹ ਗੱਲ ਸੁਣੀ ਇਸ ਚੁਗਲਖੋਰ ਦੀ, ਤੇ ਬੜਾ ਮਨ ਦੇ ਅੰਦਰ ਭੈ ਦੇ ਡਰ ਦੇ ਸਹਿਤ ਹੋ ਗਏ। ਉਠ ਤੂਰਨ ਗਮਨਿਓ ਧਾਨਾ। ਬੜੀ ਛੇਤੀ ਨਾਲ ਹੀ ਉਸਦੇ ਘਰੋਂ ਉੱਠ ਕਰਕੇ ਆਪਣੇ ਘਰ ਨੂੰ ਚੱਲ ਪਏ। ਕਹਿ ਬੋਲੀ ਆਰਜ ਤਨੀਆਂ। ਤੇ ਸਮੇਂ ਆਵਾਜ਼ ਕਹਿ ਕੇ ਮਾਰੀ ਹੈ ਬੇਬੇ ਨਾਨਕੀ ਜੀ ਦੇ ਤਾਈਂ ਕਿ ਹੇ ਸ੍ਰੇਸ਼ਟ ਦੀ ਪੁੱਤਰੀ, ਭਾਵ ਬਾਬਾ ਕਾਲੂ ਜੀ ਦੀ ਸੁਪੁੱਤਰੀ, ਇਉਂ ਕਹਿ ਕੇ ਤੇ ਆਵਾਜ਼ ਦਿੱਤੀ ਹੈ ਜੈ ਰਾਮ ਜੀ ਨੇ। ਬਹੁ ਲੋਕਨ ਤੇ ਮੈਂ ਸੁਣੀਆਂ। ਕਹਿਣ ਲੱਗੇ ਕਿ ਬਹੁਤ ਲੋਕਾਂ ਤੋਂ ਮੈਂ ਇਸ ਤਰ੍ਹਾਂ ਸੁਣਿਆ ਏ। ਧਨ ਖਰਚਤ ਨਾਨਕ ਐਸੇ। ਕਿ ਗੁਰੂ ਨਾਨਕ ਸਾਹਿਬ ਜੀ ਧਨ ਇਸ ਤਰ੍ਹਾਂ ਖਰਚਦੇ ਹਨ। ਵੱਡ ਭੂਪਤ ਹੋਵਤ ਜੈਸੇ। ਜਿਵੇਂ ਕੋਈ ਵੱਡਾ ਰਾਜਾ ਹੋਵੇ। ਤੇ ਜੈ ਰਾਮ ਜੀ ਵੀ ਹੁਣ ਇਸ ਤਰ੍ਹਾਂ ਸੋਚ ਰਹੇ ਆ ਨਾ, ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤਾਂ ਬਰਾਬਰ ਕੋਈ ਰਾਜਾ ਹੈ ਹੀ ਨਹੀਂ। ਗਰੀਬ ਨਵਾਜ ਤਾਂ ਤਿੰਨਾਂ ਲੋਕਾਂ ਦੇ ਮਾਲਕ ਹੈ ਸੱਚੇ ਪਾਤਸ਼ਾਹ ਜੀ। ਇਉਂ ਲੋਕ ਕਈ ਭਾਈ ਜੈ ਰਾਮ ਜੀ ਦੇ ਮਨ ਵਿੱਚ ਵੀ ਆ ਕੇ ਸ਼ੰਕਾ ਪਾਇਆ ਹੈ। ਕਹਿ ਰਹੇ ਹੈ ਕਿ ਗੁਰੂ ਮਹਾਰਾਜ ਲੋਕ ਕਹਿੰਦੇ ਐ ਉਹ ਧਨ ਖਰਚਦੇ ਜਿਵੇਂ ਕੋਈ ਵੱਡਾ ਰਾਜਾ ਹੁੰਦਾ ਏ। ਭੈ ਦੇਤ ਕਹਿ ਨਰ ਆਏ। ਲੋਕ ਆ ਕੇ ਮੈਨੂੰ ਨਾ ਡਰ ਦਿੰਦੇ ਹਨ। ਜਿਉ ਸਰ ਹਿਰਦੇ ਖਰ ਲਾਏ। ਜਿਸ ਤਰ੍ਹਾਂ ਤਿੱਖਾ ਤੀਰ ਹੀ ਹਿਰਦੇ ਵਿੱਚ ਲੱਗਦਾ ਹੈ, ਇਉਂ ਆ ਕਰਕੇ ਬੋਲ ਕਹਿੰਦੇ ਨੇ। ਅਬ ਕਰਾਂ ਕੌਣ ਮੈਂ ਕਾਜਾ। ਹੁਣ ਤੂੰ ਹੀ ਦੱਸਣਾ ਕਰ ਕਿ ਮੈਂ ਕਿਹੜਾ ਕੰਮ ਜਿਹੜਾ ਉਹ ਕਰਨਾ ਕਰਾਂ। ਰਹਿ ਆਵੇ ਜਿਹ ਬਿਦ ਲਾਜਾ। ਜਿਸ ਤਰ੍ਹਾਂ ਸਾਡੀ ਲਾਜ ਜਿਹੜੀ ਆ ਉਹ ਰਹਿ ਆਵੇ। ਚਿੰਤੋ ਦਿਦ ਭਇਓ ਨਿਮਗਨਾ। ਮੇਰਾ ਤਾਂ ਮਨ ਜਿਹੜਾ ਨਾ ਉਹ ਚਿੰਤਾ ਦੇ ਸਮੁੰਦਰ ਵਿੱਚ ਹੀ ਡੁੱਬ ਗਿਆ ਹੈ। ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੀ ਮੈਂ ਰੁੜ ਗਿਆ ਹਾਂ। ਕਹੋ ਪੋਤ ਜਤਨ ਹੋਏ ਲਗਨਾ। ਤੇ ਉਹ ਪੋਤ ਜਹਾਜ਼, ਜਤਨ ਰੂਪੀ ਜਹਾਜ਼ ਜਿਹੜਾ ਹੈ ਨਾ, ਇਸ ਪੱਧਰੇ ਦੱਸਣਾ ਕਰ
ਜਿਸ ਕਰਕੇ ਹੁਣ ਇਹ ਚਿੰਤਾ ਦੇ ਸਮੁੰਦਰ ਤੋਂ ਮੈਂ ਪਾਰ ਲੰਘ ਜਾਵਾਂ। ਸੁਨ ਭਨੇ ਨਾਨਕੀ ਬਚਨਾ। ਬੇਬੇ ਨਾਨਕੀ ਜੀ ਸੁਣ ਕਰਕੇ ਤੇ ਸਮੇਂ ਬਚਨ ਕਹਿਣ ਲੱਗੇ ਮਨ ਤਬ ਜੇ ਸੰਸੈ ਖਚਨਾ। ਕਿ ਜੇ ਪਤੀ ਜੀ ਤੁਹਾਡੇ ਮਨ ਦੇ ਅੰਦਰ ਇਸ ਪ੍ਰਕਾਰ ਦਾ ਸ਼ੰਕਾ ਪੈ ਗਿਆ, ਮਨ ਦੇ ਅੰਦਰ ਸ਼ੰਕਾ ਜਿਹੜਾ ਹੈ ਉਹ ਖਚਿਤ ਹੋ ਗਿਆ, ਭਾਵ ਪੈ ਗਿਆ ਏ, ਕਰ ਬਾਤ ਉਚਿਤ ਚਿਤ ਭਾਈ। ਤੇ ਫਿਰ ਮੇਰੇ ਭਰਾ ਮੇਰੇ ਵੀਰ ਜੀ ਨਾਲ, ਭਾਵ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੁਲਾ ਕਰਕੇ ਤੁਹਾਨੂੰ ਗੱਲ ਕਰਨੀ ਚਾਹੀਦੀ ਹੈ। ਆਪਣੇ ਚਿੱਤ ਦੀ ਸਾਰੀ ਗੱਲ ਜਿਹੜੀ ਹੈ ਤੁਸੀਂ ਉਹਨਾਂ ਨੂੰ ਕਹਿਣਾ ਕਰੋ। ਜਿਉ ਭਰਮ ਭੂਰ ਮਿਟ ਜਾਈ। ਜਿਸ ਤਰ੍ਹਾਂ ਤੁਹਾਡਾ ਵੱਡਾ ਭਰਮ ਜਿਹੜਾ ਮਨ ਵਿੱਚ ਪਿਆ ਹੈ ਉਹ ਮਿਟ ਜਾਵੇ, ਦੂਰ ਹੋ ਜਾਵੇ। ਪ੍ਰਤੀਤ ਨਾ ਆਈ ਤੁਮਕੋ। ਤੁਹਾਨੂੰ ਗੁਰੂ ਮਹਾਰਾਜ ਦੇ ਉੱਪਰ ਪ੍ਰਤੀਤ ਭਰੋਸਾ ਨਹੀਂ ਅਜੇ ਆਇਆ ਹੈ। ਕਿਆ ਮਸਲਤ ਬੂਝਤ ਹਮਕੋ। ਤੇ ਤੁਸੀਂ ਮੈਨੂੰ ਆ ਕਰਕੇ ਜਿਹੜੀ ਹੈ ਉਹ ਕੀ ਸਲਾਹ ਪੁੱਛਦੇ ਹੋ। ਤੁਮ ਜਾਣਤ ਭਰਾਤ ਵਡਾਈ। ਤੁਸੀਂ ਆਪ ਜਾਣਦੇ ਹੋ ਮੇਰੇ ਭਰਾ ਦੀ ਵੱਡੀ ਵਡਿਆਈ ਨੂੰ। ਨਿਤ ਦੇਤ ਮੁਝੈ ਸਮਝਾਈ। ਤੇ ਨਿਤਾ ਪ੍ਰਤੀ ਤੁਸੀਂ ਤਾਂ ਮੈਨੂੰ ਸਮਝਾਉਂਦੇ ਰਹਿੰਦੇ ਸੀ ਕਿ ਗੁਰੂ ਨਾਨਕ ਸਾਹਿਬ ਜੀ ਆਪ ਖੁਦ ਨਿਰੰਕਾਰ ਸਰੂਪ ਨੇ, ਤੇ ਤੁਸੀਂ ਤਾਂ ਸਦਾ ਹੀ ਮੈਨੂੰ ਇਉਂ ਸਮਝਾਇਆ ਕਰਦੇ ਸੀਗੇ। ਨਿਤ ਹਮਰੋ ਔਰ ਪ੍ਰਤੀਤੂ। ਮੇਰੇ ਮਨ ਦੇ ਅੰਦਰ ਤਾਂ ਸਦਾ ਹੀ ਪ੍ਰਤੀਤ ਹੈ, ਭਰੋਸਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਪਰ। ਨਹਿ ਡੋਲਤ ਕਬਹੂ ਜੀਤੂ। ਕਦੇ ਵੀ ਮੇਰਾ ਤਾਂ ਚਿੱਤ ਨਹੀਂ ਸਤਿਗੁਰੂ ਜੀ ਦੇ ਉੱਪਰੋਂ ਡੋਲਦਾ, ਸਦਾ ਨਿਸ਼ਚਾ ਮਹਾਰਾਜ ਨੇ ਬਖਸ਼ਿਆ ਏ। ਪਰਮੇਸ਼ਵਰ ਨਾਨਕ ਰੂਪਾ। ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਦਾ ਸਰੂਪ ਹਨ। ਉਪਕਾਰੀ ਸੰਤ ਅਨੂਪਾ। ਪਰ ਉਪਕਾਰ ਲਈ ਸਤਿਗੁਰਾਂ ਨੇ ਆਪਣਾ ਸਰੀਰ ਧਾਰਨ ਕੀਤਾ ਹੈ। ਸੰਤ ਰੂਪ ਹਨ, ਇਹਨਾਂ ਦੀ ਉਪਮਾ ਨਹੀਂ ਕਹੀ ਜਾ ਸਕਦੀ। ਭਵ ਮਾਇਆ ਵਰਤਤ ਜੋ। ਜਿੰਨੀ ਵੀ ਸੰਸਾਰ ਦੇ ਅੰਦਰ ਇਹ ਮਾਇਆ ਵਰਤਦੀ ਹੈ, ਸ੍ਰੀ ਨਾਨਕ ਕੀ ਸਭ ਸੋ। ਉਹ ਸਾਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਹੈ। ਸੱਚੇ ਪਾਤਸ਼ਾਹ ਜੀ ਦੀ ਦਾਸੀ ਹੈ ਸਾਰੀ ਮਾਇਆ। ਤੁਮ ਚਾਹਤ ਜੇ ਅਬ ਦੇਖਾ। ਤੇ ਜੇ ਹੁਣ ਤੁਸੀਂ ਦੇਖਣਾ ਹੀ ਚਾਹੁੰਦੇ ਹੋ, ਇਸ ਪ੍ਰਕਾਰ ਮਨ ਦਾ ਸ਼ੰਕਾ ਨਿਵਰਤ ਕਰਨਾ ਚਾਹੁੰਦੇ ਹੋ, ਕਰ ਲੀਜੈ ਸਭ ਹੀ ਲੇਖਾ। ਤੇ ਸਾਰਾ ਜਿਹੜਾ ਫਿਰ ਹਿਸਾਬ ਹੈ ਹੱਟ ਦਾ ਉਹ ਫਿਰ ਕਰ ਲੈਣਾ ਕਰੋ। ਜੋ ਵਧੈ ਕਿਦੋਂ ਹੋਏ ਪੂਰਾ। ਜਾਂ ਫਿਰ ਵਧੇਗਾ ਤੇ ਜਾਂ ਫਿਰ ਕਿਦੋਂ ਪੂਰਾ ਹੋਵੇਗਾ। ਨਹਿ ਮਾਨੋ ਜੋ ਕਹੂੰ ਕੂਰਾ। ਤੇ ਇਸ ਪ੍ਰਕਾਰ ਕਹਿੰਦੇ ਆ ਜੋ ਮੈਂ ਕਿਹਾ ਹੈ ਝੂਠ ਨਾ ਜਾਣਨਾ ਕਰੋ, ਇਸ ਤਰ੍ਹਾਂ ਹੀ ਇਹਨੂੰ ਮੰਨਣਾ ਕਰੋ, ਜਾਣਨਾ ਕਰੋ। ਸੁਨ ਬੋਲਿਓ ਵਾਕ ਜਰਾਮਾ। ਸੁਣ ਕਰਕੇ ਨਾ ਜੈ ਰਾਮ ਜੀ ਤੇ ਸਮੇਂ ਕਹਿਣ ਲੱਗੇ ਅਬ ਹਉ ਨਾ ਕਰੋ ਕਿਹ ਕੰਮ। ਕਹਿੰਦੇ ਇਸ ਪ੍ਰਕਾਰ ਮੈਂ ਕਿਸੇ ਪ੍ਰਕਾਰ ਜਿਹੜਾ ਹੁਣ ਇਹ ਕੰਮ ਨਹੀਂ ਕਰਾਂਗਾ। ਹੈ ਤੁਮਰੇ ਔਰ ਜਬ ਐਸੇ। ਤੇ ਜਦੋਂ ਤੁਹਾਡੇ ਮਨ ਵਿੱਚ ਇਸ ਤਰ੍ਹਾਂ ਦਾ ਨਿਸ਼ਚਾ ਹੈ, ਨਹਿ ਲੇਖਾ ਕਰਹੁ ਕੈਸੇ। ਮੈਂ ਫਿਰ ਕਿਸੇ ਪ੍ਰਕਾਰ ਵੀ ਲੇਖਾ ਜਿਹੜਾ ਉਹ ਨਹੀਂ ਕਰਾਵਾਂਗਾ, ਹਿਸਾਬ ਨਹੀਂ ਕਰਾਵਾਂਗਾ। ਬਚਪਨੈ ਨਾਨਕੀ ਸੁਣੀਏ। ਬੇਬੇ ਨਾਨਕੀ ਜੀ ਆਪਣੇ ਮੁਖ ਤੋਂ ਬਚਨ ਕਹਿਣ ਲੱਗੇ, ਹੇ ਪਤੀ ਦੇਵ ਸੁਣਨਾ ਕਰੋ। ਅਬ ਲੇਖਾ ਲੇਹੋ ਨਾ ਗੁਨੀਏ। ਹੁਣ ਕੋਈ ਹੋਰ ਵਿਚਾਰ ਨਾ ਕਰੋ, ਤੇ ਲੇਖਾ ਜਿਹੜਾ ਹਿਸਾਬ ਹੈ ਨਾ ਉਹ ਇੱਕ ਵਾਰੀ ਤੁਸੀਂ ਕਰਵਾ ਲੈਣਾ ਕਰੋ। ਨਹਿ ਕੀਜੈ ਅਬਹਿ ਬਿਲੰਬਾ। ਹੁਣ ਤੁਸੀਂ ਦੇਰੀ ਨਾ ਕਰਨਾ ਕਰੋ। ਬੁਲਵਾਵੋ ਸੁਤ ਮਮ ਅੰਬਾ। ਮੇਰੀ ਮਾਤਾ ਦੇ ਪੁੱਤਰ ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਹੁਣ ਬੁਲਵਾ ਲੈਣਾ ਕਰੋ। ਕਹਿ ਭੇਜੀ ਤੁਲਸਾਂ ਦਾਸੀ। ਬੇਬੇ ਜੀ ਨੇ ਕੋਲ ਬੈਠੀ ਸੀ ਤੁਲਸਾਂ ਦਾਸੀ, ਉਸ ਨੂੰ ਕਹਿ ਕੇ ਭੇਜਣਾ ਕੀਤਾ। ਜਹ ਨਾਨਕ ਥੇ ਸੁਖ ਰਾਸੀ। ਜਿੱਥਾਂ ਸੁੱਖਾਂ ਦੀ ਰਾਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੱਟ ਦੇ ਅੰਦਰ ਹਜੂਰ ਬੈਠੇ ਹੋਏ ਐ। ਤੇਹ ਬੂਝਤ ਨਾਨਕ ਐਸੇ। ਤੇ ਜਦੋਂ ਆਈ ਹੈ ਤੁਲਸਾਂ ਦਾਸੀ, ਸਤਿਗੁਰੂ ਜੀ ਤੁਲਸਾਂ ਵੱਲ ਵੇਖ ਕਰਕੇ ਗਰੀਬ ਨਵਾਜ ਇਸ ਤਰ੍ਹਾਂ ਪੁੱਛਣ ਲੱਗੇ, ਕਹੋ ਤੁਲਸਾ ਆਈ ਕੈਸੇ। ਇਹ ਤੁਲਸਾਂ ਦੱਸ ਤੂੰ ਕਿਵੇਂ ਆਈ ਹੈ, ਕਿਹੜੇ ਕੰਮ ਇੱਥੇ ਆਈ ਹੈ। ਪੁਨ ਦਾਸੀ ਬਚਨ ਬਖਾਨੇ। ਫਿਰ ਦਾਸੀ ਨੇ ਹੱਥ ਜੋੜ ਕੇ ਸ੍ਰੀ ਗੁਰੂ ਜੀ ਦੇ ਅੱਗੇ ਬਚਨ ਕੀਤੇ। ਤੁਮ ਭਗਨੀ ਬਹੁ ਹਿਤਵਾਨੇ। ਮਹਾਰਾਜ ਆਪ ਜੀ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਨੇ ਬੜੇ ਪਿਆਰ ਦੇ ਨਾਲ ਬਹੁ ਬਿਨੈ ਕਰੀ ਕਹਿ ਬਾਨੀ।
ਬਹੁਤ ਬੇਨਤੀ ਰੂਪੇ ਬਾਣੀ ਜਿਹੜੀ ਹੈ ਬਚਨ ਮੈਨੂੰ ਕਹਿ ਕੇ ਭੇਜਿਆ ਏ। ਦੇਹੁ ਦਰਸ਼ਨ ਕਰੁਣਾ ਠਾਨੀ। ਕਿਰਪਾ ਕਰਕੇ ਮਹਾਰਾਜ ਘਰ ਵਿੱਚ ਆਪ ਦਰਸ਼ਨ ਬਖਸ਼ੋ। ਇਹ ਬੇਬੇ ਜੀ ਨੇ ਬੇਨਤੀ ਕੀਤੀ ਹੈ। ਇਉ ਆਈ ਤੁਮਰੇ ਪਾਸਾ। ਇਹ ਬੇਨਤੀ ਲੈ ਕੇ ਮੈਂ ਤਾਂ ਤੁਹਾਡੇ ਕੋਲ ਆਈ ਹਾਂ। ਉਠ ਚੱਲੀਏ ਸੁਸਾ ਅਵਾਸਾ। ਉਠੋ ਮਹਾਰਾਜ ਆਪਣੇ ਬੇਬੇ ਨਾਨਕੀ ਜੀ ਦੇ ਭਾਵ ਵੱਡੇ ਭੈਣ ਜੀ ਦੇ ਘਰ ਨੂੰ ਚੱਲਣਾ ਕਰੋ। ਦੋਹਰਾ ਸ੍ਰੀ ਨਾਨਕ ਬੋਲੇ ਬਚਨ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਕੰਠ ਤੋਂ ਬਚਨ ਬੋਲੇ। ਚੱਲ ਤੁਲਸਾ ਹਉ ਆਏ। ਮਹਾਰਾਜ ਕਹਿੰਦੇ ਤੁਲਸਾ ਤੂੰ ਚੱਲਣਾ ਕਰ, ਅਸੀਂ ਆਉਂਦੇ ਹਾਂ। ਮੁਝ ਕੋ ਲੀਨ ਬੁਲਾਏ ਢਿੱਗ। ਇਸ ਸਮੇਂ ਭਾਈ ਬਾਲਾ ਜੀ ਕਹਿੰਦੇ ਮੈਨੂੰ ਸਤਿਗੁਰਾਂ ਜੀ ਨੇ ਆਪਣੇ ਕੋਲ ਬੁਲਾ ਲਿਆ। ਬੂਝਤ ਭੇ ਗਤ ਦਾਏ। ਮੁਕਤੀ ਦਾਤਾ ਸਤਿਗੁਰੂ ਜੀ, ਕਲਿਆਣ ਦੇ ਕਰਨ ਵਾਲੇ ਸਤਿਗੁਰੂ ਜੀ ਮੇਰੇ ਤਾਈਂ ਤੇ ਸਮੇਂ ਪੁੱਛਣ ਲੱਗੇ। ਹਾਕਲ ਛੰਦ ਕਿਉ ਹਮੈ ਬੁਲਾਇਓ ਬਾਲਾ। ਮਹਾਰਾਜ ਕਹਿੰਦੇ ਨੇ ਭਾਈ ਬਾਲਾ ਸਾਨੂੰ ਬੇਬੇ ਜੀ ਨੇ ਕਿਉਂ ਬੁਲਾਇਆ ਏ। ਭ੍ਰਮ ਹੋਇਓ ਔਰ ਇਹ ਕਾਲਾ। ਇਸ ਸਮੇਂ ਸਾਡੇ ਮਨ ਦੇ ਅੰਦਰ ਇਹ ਭਰਮ ਹੋਇਆ ਹੈ। ਮਮ ਚੁਗਲੀ ਕੀਨੀ ਕਾਹੂ। ਕਿਸੇ ਨੇ ਲੱਗਦਾ ਹੈ ਕਿ ਬੇਬੇ ਜੀ ਕੋਲ ਸਾਡੀ ਚੁਗਲੀ ਕੀਤੀ ਹੈ। ਮਨ ਲਖਿਅਤ ਹੈ ਬਿਦ ਯਾਹੂ। ਇਹ ਮਨ ਦੇ ਅੰਦਰ ਇਹੋ ਹੀ ਤਰੀਕਾ ਜਿਹੜਾ ਨਾ ਇਹ ਰੀਤੀ ਲਖੀ ਜਾਂਦੀ ਹੈ, ਭਾਵ ਜਾਣੀ ਜਾਂਦੀ ਹੈ। ਇਉਂ ਹੀ ਸਾਨੂੰ ਅਨੁਮਾਨ ਲੱਗਦਾ ਏ। ਸ੍ਰੀ ਅੰਗਦ ਸੋ ਕਹਿ ਬਾਲਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸ੍ਰੀ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਭਾਈ ਬਾਲਾ ਜੀ ਇਹ ਸਾਰਾ ਇਤਿਹਾਸ ਕਹਿ ਰਹੇ ਹੈ। ਸਭ ਕਥਾ ਬਣਾਏ ਰਸਾਲਾ। ਸਾਰੀ ਕਥਾ ਨੂੰ ਬੜਾ ਰਸਦਾਇਕ ਬਣਾ ਕਰਕੇ ਕੀ ਸਰੋਤੇ ਸੁਣਦੇ ਹੋਏ ਸਾਰਿਆਂ ਦੇ ਮਨ ਉਸੇ ਹੀ ਦੇਸ਼ ਕਾਲ ਵਿੱਚ ਪਹੁੰਚ ਜਾਂਦੇ ਹੈ। ਜਦੋਂ ਭਾਈ ਬਾਲਾ ਜੀ ਆਪਣੇ ਮੁਖ ਤੋਂ ਸੁਣਾਉਂਦੇ ਆ ਨਾ ਤਲਵੰਡੀ ਦਾ ਕੋਈ ਹਾਲ, ਤੇ ਸਰੋਤੇ ਸਾਰੇ ਸੁਣਦੇ ਹੋਏ ਜਿਹੜੇ ਉਹ ਤਲਵੰਡੀ ਹੀ ਪਹੁੰਚ ਜਾਂਦੇ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਰਾਏ ਬੁਲਾਰ ਜੀ ਨਾਲ ਜਿਹੋ ਜਿਹਾ ਮਿਲਾਪ ਹੁੰਦਾ ਹੈ, ਸ੍ਰੀ ਗੁਰੂ ਜੀ ਦੇ ਪਿਤਾ ਜੀ ਕਿਵੇਂ ਭਰਮ ਚ ਪੈ ਕੇ ਝਿੜਕਦੇ ਹੈ, ਉਹ ਸਾਰੇ ਹੀ ਦ੍ਰਿਸ਼ ਸਰੋਤਿਆਂ ਦੀ ਅੱਖਾਂ ਦੇ ਸਾਹਮਣੇ ਦਿਖਾਈ ਦਿੰਦੇ ਹੈ। ਇਸ ਕਥਾ ਨੂੰ ਸੁਣਨ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੈਠੇ ਹੋਏ ਆ ਸਰੋਤੇ ਬਣ ਕੇ। ਇਸ ਕਥਾ ਨੂੰ ਸੁਣ ਰਹੇ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਇਸ ਕਥਾ ਨੂੰ ਖੁਦ ਸੁਣ ਰਹੇ ਆ ਤਖਤ ਤੇ ਬੈਠੇ ਹੋਏ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਕੈਸਾ ਅਚਰਜ ਰਸ ਹੈ। ਭਾਈ ਬਾਲਾ ਜੀ ਬੜੀ ਹੀ ਰਸਦਾਈ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਲਤਾਨਪੁਰ ਦਾ ਦਰਸ਼ਨ ਹੀ ਕਰਾਈ ਜਾਂਦੇ ਆ। ਉਸ ਹੱਟ ਦਾ ਹੀ ਦਰਸ਼ਨ ਹੋ ਰਿਹਾ ਜਿੱਥੇ ਸ੍ਰੀ ਗੁਰੂ ਜੀ 13 ਤੋਲਦੇ ਆ। ਸੱਚੇ ਪਾਤਸ਼ਾਹ ਜੀ ਦੀ ਐਸੀ ਰਸਦਾਈ ਕਥਾ ਭਾਈ ਬਾਲਾ ਜੀ ਬੜੇ ਪਿਆਰ ਨਾਲ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਹਜੂਰ ਕਹਿ ਰਹੇ ਨੇ। ਗੁਰ ਅੰਗਦ ਸੁਣੀਏ ਬੈਨਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਜਿਹੜਾ ਹੈ ਅੱਗੇ ਸੁਣਨਾ ਕਰੋ। ਹਾਂ ਭਾਖਿਓ ਸੁਣੋ ਸੁਖੈਨਾ। ਮਹਾਰਾਜ ਜੀ ਮੈਂ ਸੁੱਖਾਂ ਦੇ ਦਾਤੇ ਸਤਿਗੁਰਾਂ ਜੀ ਨੂੰ ਤੇ ਸਮੇਂ ਇਉਂ ਕਹਿਣਾ ਕੀਤਾ। ਜਦੋਂ ਸ੍ਰੀ ਗੁਰੂ ਜੀ ਨੇ ਪੁੱਛਿਆ ਨਾ ਕਿ ਭਾਈ ਬਾਲਾ ਬੇਬੇ ਜੀ ਨੇ ਸਾਨੂੰ ਕਾਹਨੂੰ ਬੁਲਾਇਆ ਹੈ, ਮਨ 'ਚ ਸਾਡੇ ਭਰਮ ਹੋਇਆ ਕਿਸੇ ਚੁਗਲੀ ਕੀਤੀ ਲੱਗਦੀ ਹੈ। ਤੇ ਭਾਈ ਬਾਲਾ ਜੀ ਕਹਿੰਦੇ ਜਦੋਂ ਸ੍ਰੀ ਗੁਰੂ ਜੀ ਨੇ ਮੈਨੂੰ ਪੁੱਛਿਆ ਤਾਂ ਇਸ ਤਰ੍ਹਾਂ ਫਿਰ ਮੈਂ ਹੱਥ ਜੋੜ ਕੇ ਕਹਿਣਾ ਕੀਤਾ। ਕੋ ਕਰ ਹੈ ਦੂਤੀ ਤੇਰੀ। ਮਹਾਰਾਜ ਜੀ ਤੁਹਾਡੀ ਕਿਸੇ ਚੁਗਲੀ ਕੀ ਕਰਨੀ ਹੈ। ਨਹਿ ਔਗੁਣਤਾ ਕਛ ਹੇਰੀ। ਮਹਾਰਾਜ ਤੁਹਾਡੇ ਅੰਦਰ ਕਿਹੜੀ ਕੋਈ ਔਗਣਾ ਵਾਲੀ ਕੋਈ ਗੱਲ ਹੈ ਜਿਹੜੀ ਵੇਖ ਕਰਕੇ ਕੋਈ ਚੁਗਲੀ ਕਰੇਗਾ। ਨਹਿ ਕਰਤੇ ਕਛੂ ਕੁਕਾਰਾ। ਮਹਾਰਾਜ ਅਸੀਂ ਤਾਂ ਇੱਥੇ ਹਾਟੀ ਚਲਾਉਨੇ ਆ ਨਾ, ਕੋਈ ਖੋਟਾ ਕੰਮ ਤਾਂ ਅਸੀਂ ਨਹੀਂ ਕਰਦੇ ਹਾਂ। ਸੁਨ ਨਾਨਕ ਬਚਨ ਉਚਾਰਾ। ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਫਿਰ ਬਚਨ ਕੀਤਾ। ਹੈ ਆਪਨ ਮੈਂ ਜੋ ਮਿਠਾਈ। ਮਹਾਰਾਜ ਕਹਿੰਦੇ ਭਾਈ ਬਾਲਾ ਜੋ ਹੱਟ ਦੇ ਅੰਦਰ ਮਠਿਆਈ ਹੈ ਸੋ ਬਾਲੇ ਆਨ ਉਚਾਈ। ਮਹਾਰਾਜ ਕਹਿੰਦੇ ਭਾਈ ਬਾਲਾ ਇਹ ਤੂੰ ਚੱਕ ਲੈਣਾ ਕਰ। ਕਹਿ ਕੇ ਭਾਈ ਬਾਲਾ ਜੀ ਨੂੰ ਸਤਿਗੁਰਾਂ ਜੀ ਨੇ ਫਿਰ ਉਹ ਮਠਿਆਈ ਜਿਹੜੀ ਸੀ ਉਹ ਚੁਕਵਾ ਲਈ। ਲੈ 2.5 ਸੇਰ ਪਤਾਸੇ। 2.5 ਸੇਰ ਮਹਾਰਾਜ ਨਾਲ ਪਤਾਸੇ ਸਤਿਗੁਰਾਂ ਜੀ ਨੇ ਲਏ ਐ। ਉਠ ਗਛਤ ਭੇ ਸੁਖ ਰਾਸੇ। ਸੁੱਖਾਂ ਦੀ ਰਾਸ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਠ ਕਰਕੇ ਚੱਲ ਪਏ। ਗਰੀਬ ਨਵਾਜ ਜੀ
ਵੱਡੇ ਭੈਣ ਬੇਬੇ ਨਾਨਕੀ ਜੀ ਦੇ ਘਰ ਨੂੰ ਜਾ ਰਹੇ ਐ। ਸਤਿਗੁਰੂ ਗਰੀਬ ਨਿਵਾਜ ਜੀ ਖਾਲੀ ਹੱਥ ਨਹੀਂ ਸੱਚੇ ਪਾਤਸ਼ਾਹ ਗਏ। ਗਰੀਬ ਨਿਵਾਜ ਜੀ ਨੇ ਮਠਿਆਈ ਲਈ ਐ, ਨਾਲ ਪਤਾਸੇ ਲਏ ਐ। ਇਉਂ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਉੱਠ ਕਰਕੇ ਚੱਲ ਪਏ ਨੇ। ਚਲ ਆਏ ਸੁਸਾਨ ਕੇਤਾ। ਮਹਾਰਾਜ ਉੱਠ ਕਰਕੇ ਬੇਬੇ ਨਾਨਕੀ ਜੀ ਦੇ ਘਰ ਆਪਣੇ ਵੱਡੇ ਭੈਣ ਜੀ ਦੇ ਘਰ ਵਿੱਚ ਆਏ ਹਨ। ਹਉ ਸੰਗ ਗਇਓ ਕਰ ਹੇਤਾ। ਤੇ ਭਾਈ ਬਾਲਾ ਜੀ ਕਹਿੰਦੇ ਮੈਂ ਵੀ ਬੜਾ ਪਿਆਰ ਕਰਕੇ ਸ੍ਰੀ ਗੁਰੂ ਜੀ ਦੇ ਨਾਲ ਗਿਆ। ਉਸ ਵਕਤ ਉਠ ਕੀਨੋ ਬਹੁ ਸਤਕਾਰੂ। ਜਦੋਂ ਸ੍ਰੀ ਗੁਰੂ ਜੀ ਨੂੰ ਆਇਆ ਵੇਖਿਆ ਤੇ ਬੇਬੇ ਨਾਨਕੀ ਜੀ ਨੇ ਉੱਠ ਕਰਕੇ ਬਹੁਤ ਸਤਿਕਾਰ ਕੀਤਾ, ਬੜਾ ਪਿਆਰ ਕੀਤਾ। ਮੰਚ ਦੀਨ ਵਿਛਾਏ ਜੋ ਚਾਰੂ। ਬਹੁਤ ਸੁੰਦਰ ਪਲੰਘਾ ਸ੍ਰੀ ਗੁਰੂ ਜੀ ਦੇ ਬੈਠਣ ਵਾਸਤੇ ਜਿਹੜਾ ਸੀ ਨਾ ਉਹ ਡਾਉਣਾ ਕੀਤਾ। ਬੇਬੇ ਨਾਨਕੀ ਜੀ ਦਾ ਸੁਲਤਾਨਪੁਰ ਲੋਧੀ ਦੇ ਅੰਦਰ ਉਹ ਘਰ ਹੈ ਯਾਦਗਾਰੀ, ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਚਰਨ ਪਾਉਂਦੇ ਰਹੇ ਐ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸੁੰਦਰ ਪਲੰਘਾ ਢਾ ਦਿੱਤਾ ਏ। ਤਬ ਬੋਲੇ ਬੇਦੀਆਂ ਕੇਤਾ। ਤਦੋਂ ਬੇਦੀਆਂ ਦੇ ਕੁੱਲ ਦੇ ਨਿਸ਼ਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੋਲੇ ਐ। ਕਹੋ ਭਗਨੀ ਬੋਲਨ ਹੇਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭੈਣ ਜੀ ਦੱਸੋ ਸਾਨੂੰ ਜਿਹੜਾ ਬੁਲਾਇਆ ਹੈ ਤੁਸੀਂ, ਇਹ ਕੀ ਕਾਰਨ ਕਰਕੇ ਬੁਲਾਇਆ ਏ? ਤੁਮ ਹਮਕੋ ਬੋਲ ਪਠਾਇਓ। ਤੁਸੀਂ ਸਾਨੂੰ ਜਿਹੜਾ ਬੋਲ ਕੇ ਸੱਦਾ ਦੇ ਕਰਕੇ ਬੁਲਾਇਆ ਹੈ, ਭਾਵ ਇੱਥੇ ਸਾਨੂੰ ਸੱਦਿਆ ਹੈ। ਸੁਨ ਆਇਸ ਮੈਂ ਚੱਲ ਆਇਓ। ਆਪ ਜੀ ਦੀ ਆਗਿਆ ਹੋਈ ਤੇ ਅਸੀਂ ਚੱਲ ਕਰਕੇ ਆਏ ਹਾਂ। ਕਹਿ ਕਾਲੂ ਤਨੁ ਜਾ ਭਾਈ। ਤੇ ਸਮੇਂ ਬਾਬਾ ਕਾਲੂ ਜੀ ਦੀ ਸੁਪੁੱਤਰੀ ਭਾਵ ਬੇਬੇ ਨਾਨਕੀ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਕਿ ਹੇ ਭਰਾਤਾ ਜੀ, ਤਬ ਦਰਸ਼ਨ ਮਨ ਲਲਚਾਈ। ਕਿ ਤੁਹਾਡੇ ਦਰਸ਼ਨਾਂ ਵਾਸਤੇ ਸਾਡਾ ਮਨ ਬਹੁਤ ਲਲਚਾ ਰਿਹਾ ਸੀਗਾ। ਤਬ ਭੇਜੀ ਤੁਲਸਾਂ ਦਾਸੀ। ਤਾਂ ਕਰਕੇ ਅਸੀਂ ਤੁਲਸਾ ਦਾਸੀ ਨੂੰ ਭੇਜਿਆ ਸੀਗਾ। ਅਬ ਦੇਖਤ ਹਿਰਦਾ ਵਿਕਾਸੀ। ਹੁਣ ਤਾਂ ਤੁਹਾਡਾ ਦਰਸ਼ਨ ਵੇਖ ਕੇ ਸਾਡਾ ਮਨ ਖਿੜ ਗਿਆ ਹੈ। ਸ੍ਰੀ ਨਾਨਕ ਬਚਨ ਉਚਾਰੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅੱਗੋਂ ਫਿਰ ਭੈਣ ਜੀ ਦੇ ਬਚਨ ਸੁਣ ਕਰਕੇ ਕਹਿਣਾ ਕੀਤਾ ਹਜੂਰ ਨੇ। ਸੁਨ ਭਗਨੀ ਹਿਰਦੈ ਹਮਾਰੇ। ਮਹਾਰਾਜ ਕਹਿੰਦੇ ਨੇ ਬੇਬੇ ਜੀ ਸਾਡੇ ਹਿਰਦੇ ਦੇ ਅੰਦਰ ਇਹ ਖਿਆਲ ਹੈ। ਭ੍ਰਮ ਹੋਇਓ ਦੇਹ ਬਤਾਈ। ਸਾਨੂੰ ਇਹ ਭਰਮ ਹੋਇਆ ਤੁਸੀਂ ਸੱਦਿਆ ਹੈ, ਕੀ ਕਾਰਨ ਹੈ ਸਾਨੂੰ ਦੱਸਣਾ ਕਰੋ ਖੋਲ ਕੇ। ਕਿਸ ਕਾਰਜ ਮੋਹਿ ਬੁਲਾਈ। ਕਿਹੜੇ ਕਾਰਨ ਕਰਕੇ ਕਿਸ ਕੰਮ ਕਰਕੇ ਤੁਸੀਂ ਸਾਨੂੰ ਸੱਦਿਆ ਹੈ? ਬਚਪਨੇ ਨਾਨਕੀ ਐਸੇ। ਬੇਬੇ ਨਾਨਕੀ ਜੀ ਨੇ ਦੋਵੇਂ ਹੱਥ ਜੋੜ ਲਏ ਤੇ ਇਉਂ ਬੇਨਤੀ ਕਰਨ ਲੱਗੇ। ਤੁਮ ਜਾਣਤ ਸਭ ਵਿਦ ਜੈਸੇ। ਕਿ ਮਹਾਰਾਜ ਆਪ ਅੰਤਰਜਾਮੀ ਹੋ, ਸਭ ਵਿਦ ਤਰੀਕਾ ਤੁਸੀਂ ਸਭ ਵਿਧੀਆਂ ਸਭ ਰੀਤੀਆਂ ਜਾਣਦੇ ਹੋ ਅੰਤਰਜਾਮੀ ਜਾਨੋ। ਕਿਉਂਕਿ ਮੈਂ ਆਪ ਜੀ ਨੂੰ ਅੰਤਰਜਾਮੀ ਜਾਣਦੀ ਆ। ਮੈਨੂੰ ਪਤਾ ਹੈ ਕਿ ਤੁਹਾਨੂੰ ਸਭ ਕੁਝ ਪਤਾ ਹੈ। ਬਿਨ ਬੋਲਤ ਸਭੇ ਪਛਾਨੋ। ਬਿਨਾਂ ਬੋਲਣ ਤੋਂ ਸਭ ਦੇ ਦਿਲ ਦੀ ਗੱਲ ਤੁਸੀਂ ਸਮਝ ਲੈਂਦੇ ਹੋ, ਪਛਾਣ ਲੈਂਦੇ ਹੋ। ਸੁਨ ਭਗਨੀ ਮੈਂ ਉਰ ਜਾਨੀ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਕਿ ਭੈਣ ਜੀ ਅਸੀਂ ਤੁਹਾਡੇ ਹਿਰਦੇ ਦੀ ਜਾਣੀ ਹੈ ਜਿਹੜੀ ਗੱਲ ਉਹ ਸੁਣਨਾ ਕਰੋ। ਮੁਰ ਦੂਤੀ ਕਿਨੈ ਬਖਾਨੀ। ਲੱਗਦਾ ਹੈ ਕਿ ਸ੍ਰੀ ਗੁਰੂ ਜੀ ਜਣਾਉਂਦੇ ਨਹੀਂ ਕਿ ਸਾਨੂੰ ਸਭ ਕੁਝ ਪਤਾ ਹੈ। ਮਹਾਰਾਜ ਕਹਿੰਦੇ ਸਾਨੂੰ ਲੱਗਦਾ ਹੈ ਕਿ ਸਾਡੀ ਚੁਗਲੀ ਕਿਸੇ ਤੁਹਾਡੇ ਕੋਲ ਕੀਤੀ ਹੈ ਆਗੇ ਹਮੈ ਸੰਦੇਹੋ। ਸਾਨੂੰ ਤਾਂ ਅੱਗੇ ਹੀ ਮਹਾਰਾਜ ਕਹਿੰਦੇ ਇਹ ਸੰਦੇਹ ਹੈ, ਮਨ ਦੇ ਅੰਦਰ ਖਿਆਲ ਹੈ, ਸ਼ੰਕਾ ਹੈ। ਸਭ ਲੇਖਾ ਅਬ ਕਰ ਲੇਹੋ। ਤੇ ਹੁਣ ਉਹ ਸ਼ੰਕਾ ਕਢਾ ਹੀ ਦਈਏ ਸਭ ਦਾ। ਉਹ ਲੇਖਾ ਜਿਹੜਾ ਮਹਾਰਾਜ ਕਹਿੰਦੇ ਹਿਸਾਬ ਕਿਤਾਬ ਨਾ ਹਟਦਾ, ਹੁਣ ਉਹ ਕਰਵਾ ਦੇਣਾ ਕਰੀਏ। ਬਹੁ ਦੇਰ ਭਈ ਬਿਨ ਲੇਖੇ। ਬਿਨਾਂ ਲੇਖੇ ਤੋਂ ਹਿਸਾਬ ਕੀਤੇ ਤੋਂ ਬਾਹਲੀ ਦੇਰ ਹੋ ਗਈ ਹੈ। ਨਾਲੇ ਧਨ ਨਿਕਸੇ ਕਿਤਨੋ ਸ਼ੇਖੇ। ਤੇ ਕਿੰਨਾ ਜਿਹੜਾ ਸ਼ੇਖ ਜਿਹੜਾ ਧਨ ਹੈ ਨਾ ਉਹ ਨਿਕਲੇਗਾ, ਬਚੇਗਾ। ਮਿਟ ਜੈ ਹੈ ਮਨ ਸੰਦੇਹਾ। ਤੋ ਇਸ ਕਰਕੇ ਮਨ ਦਾ ਜਿਹੜਾ ਸੰਦੇਹ ਹੈ ਨਾ, ਸ਼ੰਕਾ ਤੁਹਾਡੇ ਉਹ ਮਿਟ ਜਾਵੇਗਾ। ਇਉਂ ਪੂਰਬ ਹੀ ਮੁਝ ਪ੍ਰੇਹਾ। ਇਉਂ ਪਹਿਲਾਂ ਹੀ ਸਾਡੇ ਮਨ ਦੀ ਇਹ ਇੱਛਾ ਸੀਗੀ। ਸੁਨ ਭਗਨੀ ਦੇਤ ਦਿਲਾਸਾ। ਸੁਣ ਕਰਕੇ ਨਾ ਬੇਬੇ ਨਾਨਕੀ ਜੀ ਤੇ ਸਮੇਂ
ਦਿਲਾਸਾ ਦੇਣ ਲੱਗੇ ਨਹਿ ਕੋ ਭਰਾਤ ਅੰਦੇਸਾ। ਕਿ ਹੇ ਭਰਾਤਾ ਜੀ, ਭਾਵ ਗੁਰੂ ਨਾਨਕ ਸਾਹਿਬ ਜੀ, ਸਾਨੂੰ ਕੋਈ ਸ਼ੰਕਾ ਨਹੀਂ ਹੈ, ਸਭ ਲੇਖਾ ਲੈਣਾ ਦੇਣਾ। ਕਿਉਂਕਿ ਹਿਸਾਬ ਕਿਤਾਬ ਹੈ ਸੰਸਾਰ ਦੇ, ਲੇਖਾ ਜੋ ਲੈਣ ਦੇਣ ਦਾ ਹੈ, ਨਿਤ ਚਲਿਓ ਜਾਤ ਘਟ ਹੈ ਨਾ। ਤੇ ਇਹ ਨਿਤਾ ਪ੍ਰਤੀ ਚੱਲਦਾ ਹੀ ਰਹਿੰਦਾ ਹੈ, ਤੇ ਇਸ ਪ੍ਰਕਾਰ ਨਹੀਂ ਘਟਦਾ ਕਿਸੇ ਪ੍ਰਕਾਰ ਵੀ। ਭੋ ਭਗਨੀ ਸਤ ਅਲਾਈ। ਮਹਾਰਾਜ ਕਹਿੰਦੇ ਨੇ, ਹੇ ਬੇਬੇ ਜੀ, ਹੇ ਭੈਣ ਜੀ, ਤੁਸੀਂ ਭਾਵੇਂ ਇਹ ਸੱਚ ਕਹਿੰਦੇ ਹੋ, ਧਰ ਲੇਖਾ ਲਾਜ ਨਾ ਰਾਈ। ਸਾਨੂੰ ਥੋੜੀ ਮਾਤਰ ਵੀ ਲਾਜ ਨਹੀਂ ਹੈ, ਕਿਸੇ ਪ੍ਰਕਾਰ ਕੋਈ ਸੰਗ ਨਹੀਂ ਹੈ ਇਸ ਲੇਖੇ ਦੇ ਹਿਸਾਬ ਦੇ ਕਰਾਉਣ ਵਿੱਚ। ਨਹਿ ਕਰੀਏ ਅਬ ਕਛ ਦੇਰਾ। ਹੁਣ ਜਿਹੜਾ ਨਾ ਕੁਝ ਦੇਰ ਨਹੀਂ ਕਰਨੀ ਚਾਹੀਦੀ, ਸਭ ਲੇਖਾ ਲੇਹੁ ਨਬੇਰਾ। ਉਹ ਸਾਰਾ ਹਿਸਾਬ ਨਾ ਜਿਹੜਾ ਉਹ ਨਿਬੇੜ, ਇੱਕ ਵਾਰੀ ਨਿਬੇੜ ਦੇਣਾ ਕਰੀਏ। ਮਨ ਸੰਸੈ ਜਾਹਿ ਨਿਵਾਰਾ। ਜਿਸ ਦਾ ਮਨ ਦੇ ਅੰਦਰ ਇਸ ਪ੍ਰਕਾਰ ਜਿਹੜਾ ਸ਼ੰਕਾ ਆਇਆ, ਜਿਸ ਕਰਕੇ ਫਿਰ ਨਿਵਰਤ ਹੋ ਜਾਵੇਗਾ। ਹਵੈ ਦੂਤਨ ਕਾ ਮੁਖ ਕਾਰਾ। ਜਿਨ੍ਹਾਂ ਨੇ ਚੁਗਲੀ ਕੀਤੀ ਹੈ, ਉਹਨਾਂ ਨੇ ਚੁਗਲ ਖੋਰਾਂ ਦਾ ਮੂੰਹ ਕਾਲਾ ਹੋਵੇਗਾ। ਇਹ ਸ੍ਰੀ ਗੁਰੂ ਜੀ ਨੇ ਬਚਨ ਕਹੇ ਬੇਬੇ ਜੀ ਦੇ ਤਾਈ। ਸੁਨ ਭਗਨੀ ਬੈਨ ਉਚਾਰਾ। ਸੁਣ ਕਰਕੇ ਮਹਾਰਾਜ ਦੇ ਵੱਡੇ ਭੈਣ ਜੀ ਬੇਬੇ ਨਾਨਕੀ ਜੀ ਉਹ ਬਚਨ ਕਰਦੇ ਆ, ਜੋ ਉਪਜਿਓ ਹਿਰਦੈ ਵਿਚਾਰਾ। ਤੇ ਮਹਾਰਾਜ ਜੋ ਤੁਹਾਡੇ ਮਨ ਦੇ ਅੰਦਰ ਫਿਰ ਖਿਆਲ ਉਪਜਿਆ ਹੈ, ਪੈਦਾ ਹੋਇਆ ਏ, ਮਨ ਜਾਣੋ ਕਰੀਏ ਸੋਈ। ਮਨ ਦੇ ਅੰਦਰ ਜਿਸ ਤਰ੍ਹਾਂ ਆਪ ਜਾਣਦੇ ਹੋ ਉਸ ਤਰ੍ਹਾਂ ਹੀ ਕਰਨਾ ਕਰੋ। ਜਿਉ ਹਿਰਦੇ ਹਰਖ ਤਬ ਹੋਈ। ਜਿਸ ਤਰ੍ਹਾਂ ਆਪ ਦੇ ਹਿਰਦੇ ਵਿੱਚ ਪ੍ਰਸੰਨਤਾ ਹੋਵੇ। ਲੈ ਸੰਗ ਚਲੇ ਜੈ ਰਾਮਾ। ਸੱਚੇ ਪਾਤਸ਼ਾਹ ਜੀ ਆਪਣੇ ਭਾਈਆ ਜੈ ਰਾਮ ਜੀ ਨੂੰ ਤੇ ਸਮੇਂ ਫਿਰ ਨਾਲ ਲੈ ਕੇ ਚੱਲ ਪਏ। ਜਹ ਦੌਲਤ ਖਾਂ ਕੋ ਧਾਮਾ। ਜਿੱਥੇ ਦੌਲਤ ਖਾਂ ਦਾ ਮਹਿਲ ਹੈ। ਮਿਲ ਨਵੀ ਸਿੰਧ ਸੋ ਬੈਸੇ। ਜਿਹੜਾ ਨਵੀਂ ਸਿੰਧ ਮੁਨਸ਼ੀ ਹੈ ਨਾ, ਲੇਖਾ ਕਰਨ ਵਾਲਾ, ਹਿਸਾਬ ਕਰਨ ਵਾਲਾ, ਉਹਦੇ ਨਾਲ ਮਿਲ ਕੇ ਸੱਚੇ ਪਾਤਸ਼ਾਹ ਜੀ ਬੈਠੇ ਆ। ਨਰ ਪ੍ਰਾਕ੍ਰਿਤ ਹੋਵੇ ਜੈਸੇ। ਜਿਵੇਂ ਕੋਈ ਮਨੁੱਖ ਪ੍ਰਵਿਰਤੀ ਦੇ ਕੰਮਾਂ ਵਿੱਚ ਲੱਗਾ ਹੁੰਦਾ ਨਾ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਕੁਝ ਆਪਣਾ ਗੁਪਤ ਕੀਤਾ ਹੋਇਆ ਹੈ। ਮਹਾਰਾਜ ਜੀ ਕੌਤਕ ਕਰ ਰਹੇ ਸੱਚੇ ਪਾਤਸ਼ਾਹ ਜੀ, ਜਿਵੇਂ ਕੋਈ ਮਨੁੱਖ ਪ੍ਰਵਿਰਤੀ ਦੇ ਵਿਹਾਰਾਂ ਵਿੱਚ ਲੱਗਾ ਹੁੰਦਾ ਹੈ ਨਾ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਸਾਰਾ ਜਿਹੜਾ ਨਾ ਹਿਸਾਬ ਕਿਤਾਬ ਦੱਸਣ ਲੱਗ ਪਏ। ਜੋ ਆਮਦ ਖਰਚ ਭਇਓ ਹੈ। ਜਿੰਨੀ ਆਮਦਨ ਹੋਈ ਹੈ, ਜਿੰਨਾ ਖਰਚ ਹੋਇਆ ਏ, ਸਭ ਭਾਖ ਦਿਖਾਏ ਦਇਓ ਹੈ। ਸਤਿਗੁਰੂ ਜੀ ਨੇ ਸਾਰਾ ਕਹਿ ਕੇ ਲਿਖਾ ਦੇਣਾ ਕੀਤਾ। ਦੋਹਰਾ 3 ਮਹੀਨੇ ਅਰਧ ਪੁੰਨ। 3 ਮਹੀਨੇ ਤੇ ਫਿਰ ਅੱਧਾ ਭਾਵ 15 ਦਿਨ ਹੋਰ ਭਾਵ 3.5 ਮਹੀਨੇ ਸਮਝਣਾ ਕਰੋ। ਲੇਖਕ ਲੇਖਾ ਕੀਨ। ਲੇਖਕ ਜਿਹੜਾ ਮੁਨਸ਼ੀ ਸੀ ਨਾ, ਉਹਨੇ ਲੇਖਾ ਜਿਹੜਾ ਸੀ ਉਹ ਕਰਨਾ ਕੀਤਾ। 1,735 ਰਜਤ ਪਣ। 135 ਰੁਪਏ ਜੋ ਹਨ। ਵਾਧੇ ਦਾਨੀ ਦੀਨ। ਜਿਹੜੇ ਗਰੀਬਾਂ ਦੇ ਮਾਲਕ ਹਨ, ਗਰੀਬਾਂ ਦੇ ਰੱਖਿਅਕ ਹਨ, ਗਰੀਬਾਂ ਨੂੰ ਦਾਨ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵਧੇ ਹਨ। ਸੱਚੇ ਪਾਤਸ਼ਾਹ ਜੀ ਦੇ 135 ਰੁਪਏ ਨਿਕਲੇ ਆ। ਰਜਤਪਣ ਇੱਥੇ ਕਹਿ ਰਹੇ ਹਨ, ਤੇ ਕਈਓ ਸਾਖੀ ਦੇ ਨਾਲ ਤਾਂ ਉਹਨਾਂ ਦਾ ਕੋਈ ਪ੍ਰੇਮ ਨਹੀਂ, ਇਤਿਹਾਸ ਨੂੰ ਸੁਣਦੇ ਨਹੀਂ, ਤੇ ਵਿੱਚੋਂ ਲੱਭਦੇ ਰਹਿੰਦੇ ਆ ਜੀ ਰੁਪਈਏ ਤੇ ਉਦੋਂ ਹੁੰਦੇ ਹੀ ਨਹੀਂ ਸੀਗੇ। ਤੋ ਰਜਤਪਣ ਇੱਥੇ ਕਵਿਰਾਜ ਜੀ ਨੇ ਜਿਹੜਾ ਹੈ ਉਹ ਸ਼ਬਦ ਲਿਖਿਆ, ਉਸ ਸਮੇਂ ਦੀਆਂ ਚੱਲਦੀਆਂ ਹੋਈਆਂ ਮੋਹਰਾਂ ਜਿਵੇਂ ਜਾਣ ਲੈਣਾ ਕਰੋ। ਇਸ ਪ੍ਰਕਾਰ 135 ਜਿਹੜੇ ਆ ਉਹ ਨਿਕਲੇ ਹਨ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ। ਹਾਕਲ ਛੰਦ ਕੀਏ ਕਮਲ ਨੈਣ ਜਬ ਲੇਖਾ। ਜਦੋਂ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਲੇਖਾ ਹਿਸਾਬ ਕਰਵਾਇਆ ਏ, ਤਬ ਨਿਕਸਿਓ ਇਤਨਾ ਸੇਖਾ। ਇੰਨਾ ਬਾਕੀ ਸਗੋਂ ਨਿਕਲਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਤਾਂ ਕੌਤਕ ਹਨ ਨਾ, ਗਰੀਬ ਨਵਾਜ ਜੀ ਦੇ ਸਾਰਾ ਦਿਨ ਹੀ ਹੱਟ ਲੁਟਾਈ ਜਾਂਦੇ ਆ ਮਹਾਰਾਜ। ਜੋ ਵੀ ਆਉਂਦਾ ਹੈ ਸਾਰੀਆਂ ਰਸਤਾਂ ਕੀ ਮੰਗਿਆ ਹੋਇਆਂ ਤਾਂ ਸਤਿਗੁਰੂ ਜੀ ਧਨ ਵੀ ਲੁਟਾਈ ਜਾਂਦੇ ਆ। ਸਤਿਗੁਰੂ ਜੀ ਇਹੋ ਜੀ ਅਦੁੱਤੀ ਹੱਟ ਵੈ, ਜਿੱਥੋਂ ਕੱਪੜਾ, ਖਾਣ ਦੀਆਂ ਚੀਜ਼ਾਂ, ਸੁੱਕੀਆਂ ਰਸਤਾਂ, ਧਨ ਜੋ ਵੀ ਕੋਈ ਮੰਗੇ। ਹੁਣ ਮਾਲਕ ਦਾ ਆਪਣਾ ਹੱਟ ਹੈ ਸੱਚੇ ਪਾਤਸ਼ਾਹ ਜੀ, ਸਾਰਾ ਦਿਨ ਹੀ ਲੁਟਾਈ ਜਾਂਦੇ ਆ। ਤੇ ਫਿਰ ਵੀ ਜਦੋਂ ਲੇਖਾ ਹੋਇਆ ਤੇ 135 ਰੁਪਏ ਜਿਹੜੇ ਆ ਨਾ, ਉਸ ਸਮੇਂ ਦੀਆਂ ਮੋਹਰਾਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀਆਂ ਨਿਕਲੀਆਂ ਹਨ।
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਹਿਸਾਬ ਕਰਵਾਇਆ ਸਾਰਾ ਮੁਨਸ਼ੀ ਦੇ ਕੋਲੋਂ, ਜੈ ਰਾਮ ਹਿਰਦੈ ਤਿਹ ਕਾਲਾ, ਇਸ ਸਮੇਂ ਭਾਈਆ ਜੈ ਰਾਮ ਜੀ ਭੀ ਲੱਜਾ ਹਰਖ ਵਿਸਾਲਾ। ਮਨ ਦੇ ਅੰਦਰ ਲੱਜਾ ਵੀ ਹੋਈ, ਸ਼ਰਮ ਵੀ ਆਈ, ਪਿਆ ਆਪਾਂ ਕਾਹਨੂੰ ਸ਼ੰਕਾ ਕੀਤੀ, ਸ੍ਰੀ ਗੁਰੂ ਜੀ ਤਾਂ ਅੰਤਰਜਾਮੀ ਹੈ। ਮਹਾਰਾਜ ਤਾਂ ਜਾਣਦੇ ਆ ਕਿ ਸਾਡੇ ਭਾਈਆ ਜੈ ਰਾਮ ਜੀ ਦੇ ਮਨ ਵਿੱਚ ਸ਼ੰਕਾ ਆ ਗਿਆ ਸਾਡੇ ਪ੍ਰਤੀ। ਮਨ ਦੇ ਅੰਦਰ ਤੇ ਇਸ ਸਮੇਂ ਸ਼ਰਮਸ਼ਾਰ ਹੋਏ, ਪਰ ਦਿਲੋਂ ਖੁਸ਼ ਹੋਏ ਬਹੁਤ ਜ਼ਿਆਦਾ ਜੈ ਰਾਮ ਜੀ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦਾ ਜਿਹੜਾ ਸਤਿਗੁਰਾਂ ਜੀ ਦਾ ਵਾਅਦਾ ਨਿਕਲਿਆ ਏ। ਤਿਹ ਘਟੀ ਬਸੂਰਤ ਭੂਰਾ, ਤੇ ਇਸ ਘੜੀ ਬਹੁਤ ਜ਼ਿਆਦਾ ਮਨ ਦੇ ਅੰਦਰ ਝੂਰਨ ਲੱਗੇ ਜੈ ਰਾਮ ਜੀ, ਮੈਂ ਭਰਮਿਓ ਭਾਖੇ ਕੂਰਾ। ਕਿ ਕਿਸੇ ਨੇ ਝੂਠਾ ਕਿਹਾ ਮੇਰੇ ਕੋਲ ਆ ਕਰਕੇ ਤੇ ਮੈਂ ਐਵੇਂ ਭਰਮ ਗਿਆ ਉਹਦੀਆਂ ਗੱਲਾਂ ਸੁਣ ਕਰਕੇ। ਇਸ ਪ੍ਰਕਾਰ ਉਹਦੇ ਕਹੇ ਹੋਏ ਬੋਲ ਸੁਣ ਕਰਕੇ ਮੇਰਾ ਮਨ ਕਿਉਂ ਭਰਮ ਗਿਆ, ਇਉਂ ਜੈ ਰਾਮ ਜੀ ਮਨ ਦੇ ਅੰਦਰ ਬੜਾ ਹੀ ਝੂਰਦੇ ਹਨ। ਰਲ ਆਏ ਧਾਮ ਜਰਾਮਾ, ਤੇ ਸਮੇਂ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਜੈ ਰਾਮ ਜੀ ਘਰ ਆ ਗਏ ਨੇ। ਮਝ ਬੈਠੇ ਸੇਵਕ ਸਾਮਾ, ਸੇਵਕਾਂ ਨੂੰ ਸ਼ਰਨ ਦੇਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਆ ਕੇ ਜਦੋਂ ਹਜੂਰ ਪਲੰਘੇ ਤੇ ਬੈਠ ਗਏ, ਤਬ ਭਗਨੀ ਬੂਝਤ ਐਸੋ, ਤਦੋਂ ਬੇਬੇ ਜੀ ਇਸ ਤਰ੍ਹਾਂ ਸ੍ਰੀ ਗੁਰੂ ਜੀ ਨੂੰ ਪੁੱਛਣ ਲੱਗੇ ਕਹੋ ਲੇਖਾ ਨਿਬਰਿਓ ਕੈਸੋ, ਕਿ ਦੱਸੋ ਕਿ ਹਿਸਾਬ ਕਿਤਾਬ ਦਾ ਕਿਵੇਂ ਨਿਬੇੜਾ ਹੋਇਆ, ਕਿਸ ਤਰ੍ਹਾਂ ਉੱਥੇ ਬੀਤੀ ਹੈ। ਸੁਖ ਐਨਹਿ ਬੈਨ ਬਖਾਨੇ, ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖ ਤੋਂ ਬਚਨ ਕਿਹਾ, ਸੁਨ ਜੀਜਾ ਬਾਤ ਸੋ ਜਾਣੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਬੇਬੇ ਜੀ ਇਹ ਭਾਈਆ ਜੀ ਸਾਰੀ ਗੱਲ ਜਿਹੜੀ ਹੈ ਨਾ ਜੈ ਰਾਮ ਜੀ ਉਹ ਜਾਣਦੇ, ਇਹਨਾਂ ਨੂੰ ਪਤਾ ਲੇਖਾ ਕਿਵੇਂ ਹੋਇਆ ਏ। ਇਹ ਲੀਜੈ ਮੋਦੀ ਖਾਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਇਉਂ ਅੰਤਰਜਾਮੀ ਸਤਿਗੁਰੂ ਜਾਣਦੇ ਆ ਨਾ ਕਿ ਸਾਡੇ ਤੇ ਇਹਨਾਂ ਨੇ ਵੀ ਭਰਮ ਕੀਤਾ ਹੈ। ਮਹਾਰਾਜ ਸਾਹਿਬ ਜੀ ਤੇ ਸਮੇਂ ਨਾ ਹਜੂਰ ਕਹਿਣ ਲੱਗੇ ਐ ਤੁਸੀਂ ਹੁਣ ਲੈ ਲਓ ਆਪਣਾ ਮੋਦੀ ਖਾਨਾ, ਅਬ ਹੋਏ ਨਾ ਮੋਹ ਗੁਜਰਾਨਾ। ਹੁਣ ਜਿਹੜਾ ਸਾਡਾ ਨਾ ਇਸ ਮੋਦੀ ਖਾਨੇ ਦੇ ਨਾਲ ਜਿਹੜਾ ਨਾ ਉਹ ਗੁਜ਼ਾਰਾ ਨਹੀਂ, ਭਾਵ ਸਾਡਾ ਗੁਜਰਾਨ ਨਹੀਂ ਇਹਦੇ ਨਾਲ ਹੈ। ਕਰਤਾਰੰ ਮਮ ਕਰਤਾਰੰ, ਮਹਾਰਾਜ ਕਹਿੰਦੇ ਸਾਡਾ ਤਾਂ ਕਰਤਾਰ ਹੈ, ਸਾਡੀ ਜਿਹੜੀ ਹੈ ਤਾਰ ਡੋਰ ਉਹ ਕਰਤਾਰ ਦੇ ਹੱਥ ਵਿੱਚ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡਾ ਤਾਂ ਕਰਤਾਰ ਤੋਂ ਬਿਨਾ ਕੋਈ ਨਹੀਂ, ਸਾਡਾ ਕਰਤਾਰ ਹੀ ਕਰਤਾਰ ਹੈ। ਨਿਜ ਕਾਰਜ ਲੇਹੋ ਸੰਭਾਰੰ, ਆਪਣਾ ਜਿਹੜਾ ਕੰਮ ਹੈ ਨਾ ਮੋਦੀ ਖਾਨੇ ਦਾ ਇਹ ਭਾਈਆ ਜੈ ਰਾਮ ਜੀ ਹੁਣ ਤੁਸੀਂ ਸੰਭਾਲ ਲੈਣਾ ਕਰੋ। ਚਲਵੇ ਕੀ ਕੀਨੀ ਤਿਆਰੀ, ਸੱਚੇ ਪਾਤਸ਼ਾਹ ਨੇ ਸੁਲਤਾਨਪੁਰ ਤੋਂ ਚੱਲਣ ਦੀ ਹਜੂਰ ਨੇ ਤਿਆਰੀ ਕਰ ਲਈ। ਸ੍ਰੀ ਨਾਨਕ ਪਰ ਉਪਕਾਰੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਰਉਪਕਾਰੀ ਸਤਿਗੁਰਾਂ ਜੀ ਨੇ। ਜੈ ਰਾਮ ਉਠਿਓ ਤਿਹ ਕਾਲਾ, ਜੈ ਰਾਮ ਜੀ ਤੇ ਸਮੇਂ ਬੜੀ ਕਾਹਲੀ ਨਾਲ ਉੱਠੇ ਐ। ਗਹਿ ਪਗ ਕਹਿ ਬਿਨੈ ਵਿਸਾਲਾ, ਮਹਾਰਾਜ ਦੇ ਚਰਨ ਹੀ ਪਕੜ ਲਏ ਜੈ ਰਾਮ ਜੀ ਨੇ ਤੇ ਬੇਨਤੀਆਂ ਕਰਦੇ ਹੋਏ ਇਉਂ ਕਹਿਣ ਲੱਗੇ ਬਚਨ, ਕਰ ਭਗਨੀ ਰੁਦਨ ਅਲਾਵੈ। ਤੇ ਮਹਾਰਾਜ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਵੀ ਬੈਰਾਗ ਕਰਦੇ ਹੋਏ ਬੇਨਤੀ ਕਰਨ ਲੱਗ ਪਏ। ਇਉਂ ਭਰਾਤਾ ਕਿਉ ਬਨ ਆਵੈ, हे ਭਰਾਤਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਐ ਇਉਂ ਤੁਹਾਨੂੰ ਇਥੋਂ ਜਾਣਾ ਕਿਵੇਂ ਬਣ ਆਉਂਦਾ ਏ। ਮੁਝ ਮਾਰ ਹੋ ਤੋ ਕਿਤ ਜਾਵ ਹੋ, ਪਹਿਲਾਂ ਮੈਨੂੰ ਆਪਣੇ ਹੱਥੀਂ ਮਾਰ ਦਿਓ ਤੇ ਫਿਰ ਹੀ ਤੁਸੀਂ ਕਿਧਰੇ ਜਾਣਾ ਕਰੋ। ਜੋ ਰਹਿ ਹਾ ਮੋਹ ਜਿਆਵ ਹੋ, ਜੇ ਤੁਸੀਂ ਇੱਥੇ ਰਹੋ ਤਾਂ ਹੀ ਮੈਂ ਜਿੰਦੀ ਰਹਾਂਗੀ। ਤੁਮ ਮਿਰਦੁਲ ਸਰਲ ਸੁਭਾਉ, ਤੁਹਾਡਾ ਇੰਨਾ ਮਿਰਦਲ ਕੋਮਲ ਤੇ ਸਰਲ ਜਿਹੜਾ ਹੈ ਸੁਭਾਅ ਹੈ ਪਿਆਰ ਵਾਲਾ। ਕਰ ਔਗਣ ਚਿਤ ਨ ਕਾਉ, ਤੇ ਸਾਡਾ ਜਿਹੜਾ ਔਗਣ ਹੋਇਆ ਅਸੀਂ ਭਰਮ ਕੀਤਾ ਉਹ ਆਪਣੇ ਚਿੱਤ ਵਿੱਚ ਕਿਸੇ ਤਰ੍ਹਾਂ ਨਾ ਚਿਤਾਰ ਨਾ ਕਰੋ। ਹਮ ਭੂਲਨ ਹਾਰ ਸਦਾਈ, ਕਿਉਂਕਿ ਅਸੀਂ ਤਾਂ ਜੀਵ ਆ ਨਾ ਸਦਾ ਹੀ ਭੁੱਲਣ ਹਾਰ ਹਾਂ। ਬੇਬੇ ਜੀ ਨੇ ਉਹ ਨਿਮਰਤਾ ਨਾਲ ਬੇਨਤੀ ਕੀਤੀ, ਤੁਮ ਬਖਸ਼ੋ ਕਿਉ ਨਹਿ ਭਾਈ। ਜੇ ਭਰਾਤਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਕਿਉਂ ਨਹੀਂ ਸਾਨੂੰ ਬਖਸ਼ਦੇ, ਸਾਨੂੰ ਬਖਸ਼ ਦੇਣਾ ਕਰੋ। ਦੋਹਰਾ
ਕਮਲ ਨੈਣ ਮੁਖ ਬੈਨ ਕਹਿ। ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਆਪਣੇ ਮੁਖ ਤੋਂ ਬਚਨ ਕਹਿਣ ਲੱਗੇ। ਸੁਨ ਜੀਜਾ ਜੈ ਰਾਮ। ਮਹਾਰਾਜ ਕਹਿਣ ਲੱਗੇ, ਜੈ ਰਾਮ ਜੀ ਭਾਈਆ ਜੀ, ਜੀਜਾ ਜੀ ਸੁਣਨਾ ਕਰੋ। ਪੁਨ ਘਾਟੋ ਜੇ ਆਵਈ। ਮਹਾਰਾਜ ਕਹਿੰਦੇ ਜੇਕਰ ਕਿਤੇ ਫਿਰ ਘਾਟਾ ਆ ਜਾਵੇ, ਭਾਵ ਜਿਹੜਾ ਹੈ ਉਹ ਘਾਟਾ ਜਿਹੜਾ ਹੈ ਹਿਸਾਬ ਦੇ ਵਿੱਚ ਜੇ ਕਿਤੇ ਹੋ ਜਾਂਦਾ, ਕਿਉਂ ਕਰ ਹੋ ਇਹ ਕਾਮ। ਫਿਰ ਅਸੀਂ ਇਹ ਕੰਮ ਜਿਹੜਾ ਹੈ ਕਿਉਂ ਕਰਨਾ ਕਰੀਏ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕਿਤੇ ਘਾਟਾ ਹੋ ਜਾਵੇ ਤੇ ਫਿਰ ਅਸੀਂ ਇਹ ਕੰਮ ਜਿਹੜਾ ਹੈ ਹੁਣ ਕਾਹਨੂੰ ਕਰਨਾ ਕਰੀਏ। ਤਿਰਭੰਗੀ ਛੰਦ ਜੈ ਰਾਮ ਬਖਾਨੀ ਸਭਨੈ ਬਾਨੀ। ਤੇ ਸਮੇਂ ਜੈ ਰਾਮ ਜੀ ਨੇ ਤੇ ਸਮੇਂ ਨਾ ਬੇਨਤੀ ਜਿਹੜੀ ਸੀ ਸ੍ਰੀ ਗੁਰੂ ਜੀ ਨੂੰ ਤੇ ਸਮੇਂ ਕਰਨਾ ਕੀਤੀ। ਨਹਿ ਮੈਂ ਜਾਨੀ ਸ਼ਕਤ ਸਬੈ। ਮਹਾਰਾਜ ਆਪ ਦੀ ਸਾਰੀ ਸ਼ਕਤੀ ਮੈਂ ਨਹੀਂ ਜਾਣ ਸਕਿਆ, ਮੈਂ ਤਾਂ ਅਲਪੱਗ ਹਾਂ। ਕਿੰਚਤ ਹਉ ਜਾਨੀ ਬਹੁ ਅਨਜਾਨੀ। ਬਹੁਤੀ ਸ਼ਕਤੀ ਤੋਂ ਅਣਜਾਣ ਰਿਹਾ, ਕਿੰਚਤ ਥੋੜੀ ਜਿੰਨੀ ਹੀ ਮਹਾਰਾਜ ਆਪ ਦੀ ਸ਼ਕਤੀ ਮੈਂ ਜਾਣੀ ਸੀਗੀ। ਔਰ ਸਭ ਜਾਨੀ ਲਖੋ ਅਬੈ। ਮਹਾਰਾਜ ਹੁਣ ਤਾਂ ਮੈਂ ਹਿਰਦੇ ਵਿੱਚ ਸਾਰੀ ਜਾਣ ਲਈ ਹੈ। ਸੱਚੇ ਪਾਤਸ਼ਾਹ ਜੀ ਇਸ ਗੱਲ ਨੂੰ ਆਪ ਜਾਣਨਾ ਕਰੋ। ਪਰਮੇਸ਼ਵਰ ਪੂਰਨ ਕਲ ਮਲ ਚੂਰਨ। ਆਪ ਪਰਮੇਸ਼ਰ ਦਾ ਸਰੂਪ ਹੋ। ਮਹਾਰਾਜ ਕਲਯੁਗ ਦੇ ਜਿਹੜੇ ਪਾਪ ਹਨ ਉਹਨਾਂ ਨੂੰ ਚੂਰਨ ਕਰਨ ਲਈ, ਨਾਸ਼ ਕਰਨ ਲਈ ਆਪ ਆਏ ਹੋ। ਮਹਾਰਾਜ ਪੂਰਨ ਪਰਮੇਸ਼ਰ ਦਾ ਸਰੂਪ ਹੋ। ਗੁਣ ਸੰਪੂਰਨ ਅਵਤਾਰੀ। ਮਹਾਰਾਜ ਗੁਣਾਂ 'ਚ ਆਪ ਪੂਰੇ ਹੋ ਤੇ ਅਵਤਾਰ ਲਿਆ ਹੈ ਆਪਨੇ ਜੀਆਂ ਦੇ ਭਲੇ ਵਾਸਤੇ। ਮੁਝ ਬਖਸ਼ ਗੁਨਾਹੂ ਸੁਨ ਕਰ ਕਾਹੂ। ਮਹਾਰਾਜ ਮੇਰਾ ਜਿਹੜਾ ਗੁਨਾਹ ਹੈ ਨਾ, ਮੇਰੀ ਭੁੱਲ ਬਖਸ਼ ਦਿਓ। ਕਿਸੇ ਦੀ ਗੱਲ ਸੁਣ ਕਰਕੇ, ਕਿਸੇ ਚੁਗਲਖੋਰ ਦੇ ਕੋਲੋਂ ਸੁਣ ਕਰਕੇ। ਔਰ ਪਰਮਾਹੂ ਦੁਖ ਟਾਰੀ। ਮਹਾਰਾਜ ਆਪ ਦੁੱਖਾਂ ਨੂੰ ਟਾਲਣ ਵਾਲੇ ਹੋ। ਸੱਚੇ ਪਾਤਸ਼ਾਹ ਕਿਸੇ ਦੀ ਗੱਲ ਸੁਣ ਕੇ ਮੇਰਾ ਮਨ ਭਰਮ ਗਿਆ ਸੀਗਾ। ਪੁਨ ਸੁਸਾ ਅਲਾਈ ਸੁਨ ਸੁਖਦਾਈ। ਫਿਰ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਕਹਿਣ ਲੱਗੇ, हे ਭਰਾਤਾ ਗੁਰੂ ਨਾਨਕ ਸਾਹਿਬ ਜੀ ਸੁਣਨਾ ਕਰੋ। ਜੇ ਘਟ ਜਾਈ ਦਰਬ ਕਬੈ। ਜੇ ਕਦੇ ਲੇਖੇ ਵਿੱਚ ਧਨ ਘਟ ਵੀ ਜੇ ਜਾਵੇਗਾ। ਜਹ ਕਹਤੇ ਲਿਆਈ ਦੇਵ ਪੁਰਾਈ। ਜਿੱਥੋਂ ਕਿਥੋਂ ਵੀ ਲੈ ਆਵਾਂਗੇ ਤੇ ਉਹ ਘਾਟਾ ਪੂਰਾ ਕਰ ਦਿਆਂਗੇ। ਨਹਿ ਤੁਮ ਗਮਨੋ ਰਹੋ ਅਬੈ। ਤੁਸੀਂ ਜਾਓ ਨਾ, ਸਾਡੇ ਕੋਲ ਇੱਥੇ ਹੀ ਰਹਿਣਾ ਕਰੋ। ਹਮ ਫੇਰ ਨ ਕਹੈ ਤੂਸ਼ਨ ਰਹਿ। ਅਸੀਂ ਫਿਰ ਕਦੇ ਵੀ ਨਹੀਂ ਕਹਾਂਗੇ ਲੇਖਾ ਕਰਾਉਣ ਵਾਸਤੇ, ਸਦਾ ਚੁੱਪ ਰਹਾਂਗੇ। ਸਭ ਸੁਖ ਲਹਿ ਪਾਸ ਰਹੇ। ਤੁਹਾਡੇ ਕੋਲ ਰਿਹਾ ਹੀ ਅਸੀਂ ਸਾਰੇ ਸੁੱਖ ਲੈ ਸਕਦੇ ਹਾਂ। ਤੁਸੀਂ ਸਾਨੂੰ ਛੱਡ ਕੇ ਨਾ ਜਾਵੋ। ਇਉਂ ਸ੍ਰੀ ਗੁਰੂ ਜੀ ਦੇ ਅੱਗੇ ਹੱਥ ਜੋੜਦੇ ਆ ਬੇਬੇ ਨਾਨਕੀ ਜੀ। ਮਨ ਰੋਸ ਨਿਵਾਰੋ ਕਰੁਣਾ ਧਾਰੋ। ਮਨ ਦੇ ਅੰਦਰੋਂ ਰੋਸ ਜਿਹੜਾ ਦੂਰ ਕਰੋ ਤੇ ਸਾਡੇ ਤੇ ਕਿਰਪਾ ਕਰਨਾ ਕਰੋ। ਬਰਹਿ ਨਾ ਡਾਰੋ ਪੰਥ ਗਹੇ। ਤੁਸੀਂ ਰਸਤਾ ਨਾ ਲਵੋ ਜਾਣ ਦਾ ਤੇ ਬਿਰਹਾ ਵਿਛੋੜਾ ਨਾ ਸਾਨੂੰ ਦੇਣਾ ਕਰੋ, ਸਾਨੂੰ ਵਿਛੋੜੇ ਵਿੱਚ ਨਾ ਪਾਉਣਾ ਕਰੋ। ਹਾਂ ਨਿਕਟ ਬਖਾਨੀ ਇਹ ਬਰਬਾਨੀ। ਇਸ ਸਮੇਂ ਭਾਈ ਬਾਲਾ ਜੀ ਕਹਿੰਦੇ ਨੇ ਇਹ ਸ੍ਰੇਸ਼ਟ ਬਚਨ ਮੈਂ ਨਾ ਤੇ ਸਮੇਂ ਸ੍ਰੀ ਗੁਰੂ ਜੀ ਦੇ ਕੋਲ ਕਹਿਣਾ ਕੀਤਾ। ਨਾਨਕ ਸਾਨੀ ਅਵਰ ਨਹੀਂ। ਕਿ ਇਸ ਸਮੇਂ ਜਦੋਂ ਸਾਰੇ ਕੋਲ ਖਲੋਤੇ ਸੀਗੇ, ਭਾਵ ਬੇਬੇ ਨਾਨਕੀ ਜੀ ਬੇਨਤੀ ਕਰਦੇ ਆ, ਭਾਈ ਜੈ ਰਾਮ ਜੀ ਬੇਨਤੀ ਕਰਦੇ ਆ ਤੇ ਸਮੇਂ ਜੈ ਰਾਮ ਜੀ ਨੂੰ ਤੇ ਬੇਬੇ ਜੀ ਨੂੰ ਸੰਬੋਧਨ ਹੋ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਂ ਇਸ ਤਰ੍ਹਾਂ ਸ੍ਰੇਸ਼ਟ ਬਚਨ ਜਿਹੜਾ ਸੀ ਨਾ ਉਹ ਕਹਿਣਾ ਕੀਤਾ। ਫਿਰ ਪੜੋ। ਨਿਕਟ ਬਖਾਨੀ ਇਹ ਬਰਬਾਨੀ। ਮੈਂ ਕੋਲੇ ਕਿਹਾ ਭਾਈਆ ਜੈ ਰਾਮ ਜੀ ਦੇ ਇਹ ਸ੍ਰੇਸ਼ਟ ਬਚਨ। ਨਾਨਕ ਸਾਨੀ ਅਵਰ ਨਹੀਂ। ਕਿ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਜੈ ਰਾਮ ਜੀ ਕੋਈ ਨਹੀਂ ਹੈ। ਜੋ ਰਘੁਵਰ ਕਿਸ਼ਨਾ ਧਰ ਤਨ ਬਿਸ਼ਨਾ। ਜੋ ਰਘੁਵੀਰ ਜੀ ਭਾਵ ਸ਼੍ਰੀ ਰਾਮਚੰਦਰ ਜੀ ਹੋਏ ਐ ਤੇ ਸ਼੍ਰੀ ਕ੍ਰਿਸ਼ਨ ਜੀ ਹੋਏ ਐ, ਵਿਸ਼ਨੂੰ ਦਾ ਜਿਹੜਾ ਅਵਤਾਰ ਜਿਨ੍ਹਾਂ ਨੇ ਲੈਣਾ ਕੀਤਾ ਹੈ। ਪਤ ਜਿਸਨਾ ਰੂਪ ਸਹੀ। ਸੱਚੇ ਪਾਤਸ਼ਾਹ ਉਹ ਰੂਪ ਹਨ, ਇਹ ਸਿੱਧ ਹੈ ਮਹਾਰਾਜ ਉਹਨਾਂ ਦੇ ਵੀ ਪਤੀ ਮਾਲਕ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਅਵਤਾਰ ਹਨ, ਖੁਦ ਨਿਰੰਕਾਰ ਦਾ ਰੂਪ ਨੇ ਸੱਚੇ ਪਾਤਸ਼ਾਹ ਜੀ,
ਜੋ ਸ਼੍ਰੀ ਰਾਮਚੰਦਰ ਦਾ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਵੀ ਪਤੀ ਮਾਲਕ ਹਨ ਸੱਚੇ ਪਾਤਸ਼ਾਹ। ਯੁਗ ਪਦ ਅਰਬਿੰਦਾ ਆਨੰਦ ਕੰਦਾ। ਮਹਾਰਾਜ ਜੋ ਆਨੰਦ ਦੇ ਕੰਦਾ ਫਲ ਦੇਣ ਵਾਲੇ ਹਨ, ਸਤਿਗੁਰਾਂ ਜੀ ਦੇ ਦੋਹਾਂ ਚਰਨਾਂ ਦੇ ਉੱਪਰ ਇਹ ਸਭ ਨਮਸਕਾਰਾਂ ਕਰਦੇ ਆ। ਦੇਵੀ ਦੇਵਤੇ ਸਭ ਪੀਰ ਪੈਗੰਬਰ ਇਹਨਾਂ ਦੇ ਚਰਨਾਂ ਤੇ ਝੁਕਦੇ ਆ ਕਿ ਇੰਦਰ ਵਰਗੇ ਦੇਵਤੇ ਇਹਨਾਂ ਨੂੰ ਹੱਥ ਜੋੜ ਜੋੜ ਕੇ ਮਨਾਉਂਦੇ ਹਨ। ਸੁਖਦ ਮੁਕੰਦਾ ਅਗਟਾਰੀ। ਇਹ ਸੁੱਖਾਂ ਨੂੰ ਦੇਣ ਵਾਲੇ ਆ ਮੁਕਤੀ ਦਾਤਾ ਸਤਿਗੁਰੂ ਜੀ, ਤੇ ਪਾਪਾਂ ਨੂੰ ਟਾਲਣ ਵਾਲੇ ਆ, ਨਾਸ਼ ਕਰਨ ਵਾਲੇ ਹਨ। ਜਨ ਕਰੁਣਾ ਕਰ ਸਭ ਜਗ ਠਾਕੁਰ। ਸੱਚੇ ਪਾਤਸ਼ਾਹ ਆਪਣੇ ਜਨ ਪਿਆਰਿਆਂ ਦੇ ਉੱਤੇ ਕਰੁਣਾ ਕਿਰਪਾ ਕਰਦੇ ਐ। ਇਹ ਸਾਰੇ ਜਗਤ ਦੇ ਹੀ ਠਾਕੁਰ ਮਾਲਕ ਹਨ। ਗਿਆਨ ਦਿਵਾ ਕਰ ਭੁਜ ਭਾਰੀ। ਭਾਰੀਆਂ ਭੁਜਾਵਾਂ ਵਾਲੇ ਐ ਤੇ ਗਿਆਨ ਦੇ ਸਤਿਗੁਰੂ ਜੀ ਸੂਰਜ ਹਨ। ਸੇਵਕ ਦੀ ਰੱਖਿਆ ਕਰਨ ਵਾਸਤੇ ਭਾਰੀ ਭੁਜਾਵਾਂ ਦੇ ਸਹਿਤ ਹਨ। ਦੋਹਰਾ ਸ੍ਰੀ ਅੰਗਦ ਜੀ ਸੁਨੋ ਮੈਂ। ਇਸ ਸਮੇਂ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਸੁਣਨਾ ਕਰੋ। ਤਿਸ ਸਮੇਂ ਇਸ ਤਰ੍ਹਾਂ ਮੈਂ ਬੇਨਤੀ ਕੀਤੀ। ਇਮ ਤਬ ਕਹਿ ਕਰ ਬੰਦ। ਇਸ ਤਰ੍ਹਾਂ ਕਹਿ ਕੇ ਨਾ ਸ੍ਰੀ ਗੁਰੂ ਜੀ ਦੇ ਅੱਗੇ ਮੈਂ ਹੱਥ ਜੋੜ ਕਰਕੇ ਇਉਂ ਖਲੋ ਗਿਆ। ਬਹੁਰ ਬਚਨ ਉਚਰੇ ਰੁਚਰ। ਬਾਹਰੋਂ ਫਿਰ ਮੈਂ ਸੁੰਦਰ ਬਚਨ ਆਪਣੇ ਮੁਖ ਤੋਂ ਕਹਿਣਾ ਕੀਤੇ। ਕਰਨ ਰੋਸ ਹਿਤਮੰਦ। ਮਹਾਰਾਜ ਜੀ ਦਾ ਜਿਹੜਾ ਸੀ ਨਾ ਰੋਸ, ਉਹਨੂੰ ਘਟਾਉਣ ਵਾਸਤੇ, ਖਤਮ ਕਰਨ ਵਾਸਤੇ ਕਿ ਮਹਾਰਾਜ ਸਾਹਿਬ ਜੀ ਦਾ ਰੋਸ ਬੇਬੇ ਜੀ ਤੇ ਭਾਈਆ ਜੀ ਦੇ ਉੱਪਰ ਜਿਹੜਾ ਨਾ ਉਹ ਖਤਮ ਹੋ ਜਾਵੇ। ਇਸ ਤਰ੍ਹਾਂ ਫਿਰ ਮੈਂ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਕੁੰਡਲੀਆ ਛੰਦ ਸੁਸਾ ਸੁਸਾ ਪਤ ਦੀਨ ਹਵੈ। ਮਹਾਰਾਜ ਵੇਖੋ ਆਪ ਜੀ ਦੇ ਵੱਡੇ ਭੈਣ ਜੀ ਐ ਤੇ ਮਹਾਰਾਜ ਉਹਨਾਂ ਦੇ ਪਤੀ ਜੈ ਰਾਮ ਜੀ ਦੋਵੇਂ ਬੜੇ ਨਿਮਾਣੇ ਹੋ ਕਰਕੇ ਬਿਨੈ ਭਨਤ ਬਹੁ ਬਾਰ। ਬਹੁਤ ਵਾਰ ਮਹਾਰਾਜ ਆਪ ਦੇ ਅੱਗੇ ਬੇਨਤੀਆਂ ਕਰ ਰਹੇ ਨੇ। ਪਗ ਪਕਰਤ ਮਨ ਪ੍ਰੇਮ ਧਰ। ਬਹੁਤ ਮਨ ਦੇ ਅੰਦਰ ਪ੍ਰੇਮ ਧਾਰ ਕੇ ਮਹਾਰਾਜ ਤੁਹਾਡੇ ਚਰਨ ਪਕੜ ਰਹੇ ਆ। ਰਹੀਏ ਜੀਜਾ ਗਾਰ। ਮਹਾਰਾਜ ਆਪਣੇ ਜੀਜਾ ਜੀ ਦੇ ਹੀ ਘਰ ਆਪ ਕਿਰਪਾ ਕਰੋ, ਰਹਿਣਾ ਕਰੋ। ਰਹੀਏ ਜੀਜਾ ਗਾਰ ਬਚਨ ਪੁਨ ਪੁਨ ਨਹਿ ਫੇਰੋ। ਮਹਾਰਾਜ ਆਪਣੇ ਜੀਜਾ ਜੀ ਦੇ ਘਰ ਵਿੱਚ ਹੀ ਰਾਹ ਪਾਓ ਸਤਿਗੁਰੂ ਜੀ। ਬਾਰ-ਬਾਰ ਬੇਬੇ ਜੀ ਦੀ ਕੀਤੀ ਹੋਈ ਬੇਨਤੀ ਨੂੰ ਸਤਿਗੁਰੂ ਜੀ ਆਪ ਨਾ ਮੋੜਨਾ ਕਰੋ। ਦਇਆ ਐਨ ਸੁਖ ਦੇਨ ਪਰਮ ਪ੍ਰੇਮੀ ਇਨ ਹੇਰੋ। ਹੇ ਦਇਆ ਦੇ ਐਨ ਘਰ ਸੁੱਖਾਂ ਨੂੰ ਦੇਣ ਵਾਲੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਵੱਡੇ ਪ੍ਰੇਮੀ ਇਹਨਾਂ ਨੂੰ ਵੇਖਣਾ ਕਰੋ। ਮਹਾਰਾਜ ਤਾਂ ਪਰਮ ਪ੍ਰੇਮੀ ਨੇ ਆਪ ਜੀ ਦੇ ਚਰਨਾਂ ਦੇ, ਆਪ ਜੀ ਦੇ ਭਾਈਆ ਜੈ ਰਾਮ ਜੀ ਤੇ ਆਪ ਦੇ ਵੱਡੇ ਭੈਣ ਬੇਬੇ ਨਾਨਕੀ ਜੀ। ਮਹਾਰਾਜ ਕਿੰਨਾ ਤੁਹਾਡੇ ਚਰਨਾਂ ਨਾਲ ਪਿਆਰ ਕਰ ਰਹੇ ਆ। ਵੱਡਿਆਂ ਕੇ ਮਨ ਕ੍ਰੋਧ ਜਾਓ। ਮਹਾਰਾਜ ਵੱਡਿਆਂ ਦੇ ਮਨ ਦੇ ਅੰਦਰ ਜੇ ਕਿਤੇ ਗੁੱਸਾ ਆਉਂਦਾ ਏ, ਪਾਵਕ ਸਰਸ ਉਦੋਤ। ਠੀਕ ਗੁੱਸਾ ਤਾਂ ਮਹਾਰਾਜ ਅੱਗ ਦੇ ਸਦਰਸ਼ ਹੀ ਹੁੰਦਾ ਹੈ, ਅੱਗ ਦੇ ਸਮਾਨ ਹੀ ਹੁੰਦਾ ਏ। ਕਰਤ ਬੇਨਤੀ ਬੰਦਨਾ। ਮਹਾਰਾਜ ਜਦੋਂ ਪਰ ਹੱਥ ਜੋੜ ਕਰਕੇ ਬੇਨਤੀ ਕਰਦੇ ਆ, ਕੋਈ ਬੰਦਨਾ ਕਰਦੇ ਹਨ। ਬਾਰ ਬੁਝਾਵਨ ਹੋਤ। ਇਹ ਮਹਾਰਾਜ ਪਾਣੀ ਹੁੰਦਾ ਨਾ ਫਿਰ ਉਸ ਗੁੱਸੇ ਰੂਪੀ ਅੱਗ ਨੂੰ ਬੁਝਾਉਣ ਵਾਸਤੇ। ਮਹਾਰਾਜ ਬੇਨਤੀ ਰੂਪੀ ਪਾਣੀ ਹੈ ਨਾ ਜਿਹੜਾ ਫਿਰ ਗੁੱਸੇ ਰੂਪੀ ਅੱਗ ਨੂੰ ਸ਼ਾਂਤ ਕਰਨ ਲਈ। ਕਮਲ ਨੈਣ ਸੁਨ ਬੈਨ ਮਮ। ਇਸ ਸਮੇਂ ਕਮਲ ਸ਼੍ਰੀ ਕੇ ਨੇਤਰਾਂ ਵਾਲੇ ਭਾਈ ਬਾਲਾ ਜੀ ਕਹਿੰਦੇ ਮੇਰੇ ਇਹ ਬਚਨ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੋਵੈ ਗਏ ਪਰਮ ਕਿਰਪਾਲ। ਸੱਚੇ ਪਾਤਸ਼ਾਹ ਜੀ ਉਸੇ ਸਮੇਂ ਪਰਮ ਕਿਰਪਾ ਦੇ ਘਰ ਵਿੱਚ ਆ ਗਏ ਸਤਿਗੁਰੂ ਜੀ। ਭਾਈ ਬਾਲਾ ਜੀ ਕਹਿੰਦੇ ਮੈਂ ਬੇਨਤੀ ਕੀਤੀ ਨਾ ਜਦੋਂ, ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸੇ ਸਮੇਂ ਮਹਾਰਾਜ ਦਾ ਰੋਸ ਸਾਰਾ ਹੀ ਸਤਿਗੁਰੂ ਜੀ ਦਾ ਖਤਮ ਹੋ ਗਿਆ। ਮਹਾਰਾਜ ਪਰਮ ਕਿਰਪਾ ਦੇ ਘਰ ਵਿੱਚ ਆ ਗਏ ਸਤਿਗੁਰੂ ਜੀ ਆਪ। ਬਾਨੀ ਸਾਨੀ ਹੇਤ ਜਨ। ਕਹਿੰਦੇ ਨੇ ਪਿਆਰੇ ਸੇਵਕਾਂ ਦੇ ਭਲੇ ਦੀ ਜਿਹੜੀ ਹੈ ਨਾ, ਉਹਨਾਂ ਦੇ ਪ੍ਰੇਮ ਦੀ ਉਹਨਾਂ ਨੂੰ ਦਾਤ ਪ੍ਰਾਪਤ ਹੋਵੇ। ਇਹੋ ਜੀ ਪ੍ਰੇਮ ਵਿੱਚ ਭਿੱਜੀ ਹੋਈ ਬਾਣੀ ਸਤਿਗੁਰਾਂ ਨੇ ਆਪਣੇ ਮੁਖ ਤੋਂ ਕਹੀ। ਬੋਲੇ ਸੁਖ ਦਰਸਾਲ। ਬਹੁਤ ਜ਼ਿਆਦਾ ਸੁਖ ਨੂੰ ਦੇਣ ਵਾਲੇ ਸੱਚੇ ਪਾਤਸ਼ਾਹ ਰਸਦਾਇਕ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮੁਖ ਤੋਂ ਤੇ ਸਮੇਂ ਕਹੇ, ਜੋ ਭਾਈ ਬਾਲਾ ਜੀ ਕਹਿੰਦੇ ਜਿਨ੍ਹਾਂ ਬਚਨਾਂ ਨੇ ਮੈਨੂੰ ਐਸਾ ਸੁਖ ਦਿੱਤਾ, ਸੱਚੇ ਪਾਤਸ਼ਾਹ ਦੇ ਚਰਨਾਂ ਦਾ ਮੈਂ ਸਦਾ ਹੀ ਰਿਣੀ ਹਾਂ।
ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰੇ ਤੇ ਏਡੀ ਵੱਡੀ ਬਖਸ਼ਿਸ਼ ਕੀਤੀ ਉਸ ਸਮੇਂ। ਬੋਲੇ ਸੁਖ ਦਰਸਾਲ ਭਨਿਓ, ਮਹਾਰਾਜ ਨੇ ਸੁੱਖਾਂ ਦਾ ਤੇ ਰਸਦਾਇਕ ਬਚਨ ਆਪਣੇ ਮੁਖ ਤੋਂ ਕਹਿਣਾ ਕੀਤਾ। ਵਾਲੇ ਬਚ ਤੇਰਾ, ਮਹਾਰਾਜ ਭਨਿਓ ਬਾਲੇ ਬਚ ਤੇਰਾ। ਮਹਾਰਾਜ ਨੇ ਕਿਹਾ ਕਿ ਹੇ ਭਾਈ ਬਾਲਾ, ਤੇਰਾ ਕਿਹਾ ਹੋਇਆ ਜਿਹੜਾ ਬਚਨ ਮੈਂ ਕਬਹੁ ਨ ਹੋਰ ਹੋਤਾਹਿ ਲਖੋ। ਮਹਾਰਾਜ ਕਹਿੰਦੇ ਨੇ ਕਿ ਕਦੇ ਵੀ ਅਸੀਂ ਮੋੜਾਂਗੇ ਨਹੀਂ ਭਾਈ ਬਾਲਾ, ਤੇਰਾ ਬਚਨ ਇਸ ਤਰ੍ਹਾਂ ਲਖਣਾ ਕਰ ਜਾਣਨਾ ਕਰ। ਇਸ ਵਿਦ ਮਤ ਮੇਰਾ, ਮਹਾਰਾਜ ਕਹਿੰਦੇ ਸਾਡੇ ਮਨ ਦਾ ਇਹ ਮਤ ਹੈ, ਸਾਡਾ ਇਹ ਜਿਹੜਾ ਖਿਆਲ ਹੈ ਕਿ ਭਾਈ ਬਾਲਾ ਅਸੀਂ ਇਹ ਮਨ ਦੇ ਅੰਦਰ ਧਾਰਨਾ ਕੀਤੀ ਹੈ ਕਿ ਜੋ ਵੀ ਤੂੰ ਕਹੇਗਾ ਨਾ, ਤੇਰਾ ਕਦੇ ਵੀ ਕਿਹਾ ਹੋਇਆ ਬੋਲ ਅਸੀਂ ਨਹੀਂ ਮੋੜਾਂਗੇ। ਅਸ ਕਹੈ ਅਸਥਿਤ ਪੁਨ ਕਰੀ। ਸੱਚੇ ਪਾਤਸ਼ਾਹ ਨੇ ਉਹ ਕਹਿ ਕੇ ਨਾ ਫਿਰ ਮਹਾਰਾਜ ਸਤਿਗੁਰੂ ਜੀ ਰੁਕ ਗਏ। ਪਹਿਲਾਂ ਤਾਂ ਮਹਾਰਾਜ ਕਹਿ ਰਹੇ ਸੀ ਨਾ ਕਿ ਅਸੀਂ ਚੱਲੇ ਆ। ਭਾਈ ਬਾਲਾ ਜੀ ਨੇ ਫਿਰ ਕਹਿੰਦੇ ਨੇ ਕਿ ਮਹਾਰਾਜ ਮੈਂ ਕਿਹਾ ਮਹਾਰਾਜ ਮਾਫ ਕਰ ਦਿਓ। ਸੱਚੇ ਪਾਤਸ਼ਾਹ ਜੀ ਬੇਨਤੀ ਕਰ ਰਹੇ ਆਪ ਜੀ ਨੂੰ। ਤੇ ਜਦੋਂ ਭਾਈ ਬਾਲਾ ਜੀ ਕਹਿੰਦੇ ਮੈਂ ਆਖਿਆ, ਸ੍ਰੀ ਗੁਰੂ ਜੀ ਨੇ ਮੈਨੂੰ ਕਿਹਾ ਕਿ ਭਾਈ ਬਾਲਾ ਸਾਡਾ ਇਹ ਪ੍ਰਣ ਹੈ ਕਿ ਅਸੀਂ ਤੇਰਾ ਕਿਹਾ ਹੋਇਆ ਵਾਕ ਨਹੀਂ ਮੋੜ ਸਕਦੇ। ਏਡਾ ਮਾਣ ਦਿੱਤਾ ਭਾਈ ਬਾਲਾ ਜੀ ਨੂੰ, ਜਿਸ ਕਰਕੇ ਭਾਈ ਬਾਲਾ ਜੀ ਕਹਿੰਦੇ ਨੇ ਇਹ ਤਾਂ ਸੱਚੇ ਪਾਤਸ਼ਾਹ ਜੀ ਦੀ ਵੱਡੀ ਵਡਿਆਈ ਸੀ ਨਾ, ਮੈਨੂੰ ਸੇਵਕ ਨੂੰ ਏਡਾ ਵੱਡਾ ਮਾਣ ਬਖਸ਼ ਦਿੱਤਾ। ਗਰੀਬ ਨਵਾਜ ਨੇ ਆਖਿਆ ਕਿ ਸਾਡਾ ਕੀਤਾ ਹੋਇਆ ਪ੍ਰਣ ਮੈਂ ਕਿ ਭਾਈ ਬਾਲਾ ਤੇਰਾ ਕਿਹਾ ਹੋਇਆ ਬੋਲ ਅਸੀਂ ਕਦੇ ਨਹੀਂ ਮੋੜਾਂਗੇ। ਵੇਖੋ ਇਹ ਭਾਈ ਬਾਲਾ ਜੀ ਦੇ ਵਿੱਚ ਕਿੱਡੀ ਵੱਡੀ ਮਹਾਰਾਜ ਸਾਹਿਬ ਜੀ ਬਖਸ਼ਿਸ਼ ਪਾਈ ਹੈ ਕਿ ਜਿਨ੍ਹਾਂ ਦਾ ਕਿਹਾ ਹੋਇਆ ਬੋਲ ਹੀ ਸਤਿਗੁਰੂ ਜੀ ਕਦਾ ਨਹੀਂ ਸੀ ਮੋੜਦੇ। ਅਸ ਕਹੈ ਅਸਥਿਤ ਪੁਨ ਕਰੀ। ਇਸ ਤਰ੍ਹਾਂ ਕਹਿ ਕੇ ਮਹਾਰਾਜ ਫਿਰ ਸੱਚੇ ਪਾਤਸ਼ਾਹ ਜੀ ਰੁਕ ਗਏ। ਗਰੀਬ ਨਵਾਜ ਦੀਨਾਨਾਥ ਦਿਆਲ, ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਸੱਚੇ ਪਾਤਸ਼ਾਹ, ਗਰੀਬਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ। ਦੇਖੇ ਦਰਸ਼ਨ ਦੁਖ ਦਹੈ, ਜਿਨ੍ਹਾਂ ਦੇ ਦਰਸ਼ਨ ਵੇਖ ਕੇ ਹੀ ਦੁੱਖ ਸੜ ਜਾਂਦੇ ਆ, ਦੁੱਖ ਨਾਸ਼ ਹੋ ਜਾਂਦੇ ਆ। ਜਨ ਦਾਤਾ ਜੋ ਵਿਸਾਲ, ਸੱਚੇ ਪਾਤਸ਼ਾਹ ਜੋ ਆਪਣੇ ਸੇਵਕਾਂ ਨੂੰ ਭਾਰੀ ਦਾਤਾਂ ਦੇ ਦੇਣ ਵਾਲੇ ਨੇ। ਦੋਹਰਾ ਦੰਪਤ ਮੁਝ ਸੋ ਭਾਖਹੀ, ਤੇ ਸਮੇਂ ਨਾ ਦੰਪਤ ਭਾਵ ਦੋਵੇਂ ਜਾਣੇ ਪਤੀ ਸਤੀ ਬੇਬੇ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ। ਭਾਈ ਬਾਲਾ ਜੀ ਕਹਿੰਦੇ ਮੇਰੇ ਤਾਈਂ ਕਹਿਣ ਲੱਗੇ, ਧਰ ਕੈ ਅਦਕ ਸਨੇਹ, ਬਹੁਤ ਜ਼ਿਆਦਾ ਪਿਆਰ ਹਿਰਦੇ ਦੇ ਅੰਦਰ ਧਰ ਕਰਕੇ ਆਜ ਭਰਾਤ ਦੀਨੋ ਨਯੋ। ਇਹ ਭਾਈ ਬਾਲਾ, ਬੇਬੇ ਨਾਨਕੀ ਜੀ ਕਹਿੰਦੇ ਇਹ ਭਾਈ ਬਾਲਾ ਅੱਜ ਤੂੰ ਮੈਨੂੰ ਨਵਾਂ ਹੀ ਭਰਾ ਦਿੱਤਾ ਹੈ। ਕਿਉਂਕਿ ਪਤਾ ਸੀ ਬੇਬੇ ਜੀ ਨੂੰ ਕਿ ਸ੍ਰੀ ਗੁਰੂ ਜੀ ਜੋ ਆਪਣੇ ਮੁਖ ਤੋਂ ਕਹਿੰਦੇ ਐ ਮਹਾਰਾਜ ਨੇ ਹੁਣ ਚਲੇ ਹੀ ਜਾਣਾ ਸੀਗਾ। ਤੇ ਭਾਈ ਬਾਲਾ ਜੀ ਨੇ ਇੱਕ ਵਾਰ ਹੀ ਕਿਹਾ ਤੇ ਸਤਿਗੁਰਾਂ ਨੇ ਕਿਹਾ ਸਾਡਾ ਤਾਂ ਪ੍ਰਣ ਹੈ ਭਾਈ ਬਾਲਾ, ਅਸੀਂ ਤੇਰਾ ਬੋਲ ਨਹੀਂ ਮੋੜ ਸਕਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਬਚਨ ਕਹੇ ਤੇ ਬੇਬੇ ਜੀ ਹੱਥ ਜੋੜ ਕੇ ਕਹਿੰਦੇ ਭਾਈ ਬਾਲਾ ਅੱਜ ਤਾਂ ਤੂੰ ਨਵਾਂ ਹੀ ਭਰਾ ਸਾਨੂੰ ਦੇਣਾ ਕੀਤਾ ਏ। ਧੰਨ ਧੰਨ ਬੁੱਧ ਗੇ ਹੋ, ਤੁਸੀਂ ਤਾਂ ਭਾਈ ਬਾਲਾ ਧੰਨ ਹੋ। ਧੰਨ ਭਾਈ ਬਾਲਾ ਤੂੰ ਬੁੱਧੀ ਦਾ ਘਰ ਹੀ ਹੈ। ਸੇਵਾ ਨਿਸਬਾ ਸੁਰ ਕਰਤ, ਭਾਈ ਬਾਲਾ ਤੂੰ ਰਾਤ ਦਿਨ ਹੀ ਸ੍ਰੀ ਗੁਰੂ ਜੀ ਦੀ ਸੇਵਾ ਜਿਹੜੀ ਹੈ ਉਹ ਕਰਦਾ ਏ। ਜਾਂ ਤੇ ਕਰੁਣਾ ਭੂਰ, ਇਸ ਕਰਕੇ ਤੇਰੇ ਉੱਤੇ ਬਹੁਤੀ ਜ਼ਿਆਦੀ ਕਿਰਪਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ। ਸ਼ਰਧਾ ਤੁਮਰੈ ਉਰਦਈ, ਤੇਰੇ ਅੰਦਰ ਮਹਾਰਾਜ ਜੀ ਨੇ ਸ਼ਰਧਾ ਦੇ ਦਿੱਤੀ ਹੈ। ਭਇਓ ਭਰਮ ਮਨ ਦੂਰ, ਮਨ ਦੇ ਅੰਦਰ ਜਿਹੜਾ ਭਰਮ ਹੈ ਉਹ ਤੇਰੇ ਸਾਰਾ ਸ੍ਰੀ ਗੁਰੂ ਜੀ ਨੇ ਦੂਰ ਕਰ ਦਿੱਤਾ ਹੈ। ਤੈਨੂੰ ਆਪਣਾ ਵਾਸਤਵ ਸਰੂਪ ਦਿਖਾ ਦਿੱਤਾ ਏ। ਸੋਰਠਾ ਹਰਖਤ ਹਰਖਤ ਸਭ ਸੁਖ ਪਾਏ, ਬਿਸਤਰਾ ਖੁਸ਼ ਹੋ ਕਰਕੇ ਸਾਰੇ ਸੁੱਖ ਜਿਹੜੇ ਆ ਫਿਰ ਪਾਉਣਾ ਕੀਤੇ। ਜਦੋਂ ਸਤਿਗੁਰੂ ਜੀ ਗਰੀਬ ਨਵਾਜ ਉੱਥੇ ਠਹਿਰੇ ਆ, 2 ਵਾਰੀ ਲਿਖਿਆ ਪੜੋ ਫਿਰ। ਹਰਖਤ ਸਭ ਸੁਖ ਪਾਏ, ਪ੍ਰਸੰਨ ਹੋ ਕੇ ਸਾਰੇ ਸੁੱਖ ਇਉਂ ਪਾਉਣਾ ਕੀਤੇ। ਸ੍ਰੀ ਨਾਨਕ ਆਪਨ ਚਲੇ, ਸੱਚੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਗਰੀਬ ਨਵਾਜ ਜੀ ਸਤਿਗੁਰੂ ਜੀ ਹੱਟ ਨੂੰ ਚੱਲ ਪਏ ਨੇ। ਮੰਦ ਮੰਦ ਗਤ ਜਾਏ, ਜਿਹਨੇ ਸਤਿਗੁਰੂ ਗਰੀਬ ਨਵਾਜ ਜੀ ਗਰੀਬਾਂ ਨੂੰ ਤਾਰਨ ਵਾਲੇ ਹੌਲੀ ਹੌਲੀ ਸਤਿਗੁਰੂ ਜੀ ਚੱਲ ਰਹੇ ਐ।
ਹੌਲੀ ਹੌਲੀ ਚਾਲ ਦੇ ਵਿੱਚ ਚੱਲਦੇ ਹੋਏ ਕਬ ਜਾਵਤ ਬਲਹਾਰਨੇ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਮੁਕਤੀ ਦਾਤਾ ਸਤਿਗੁਰੂ ਜੀ, ਇਸ ਚਾਲ ਤੋਂ ਮੈਂ ਬਲਹਾਰ ਕੁਰਬਾਨ ਜਾਂਦਾ ਹਾਂ। ਲੇਖੇ ਤੇ ਜੋ ਸ਼ੇਖ ਦੀਨੋ, ਜੋ ਲੇਖੇ ਤੋਂ ਸ਼ੇਖ ਬਾਕੀ ਬਚਿਆ ਸੀਗਾ। ਦੌਲਤ ਖਾਨ ਧਨ, ਦੌਲਤ ਖਾਨ ਉਹ ਧਨ ਜਿਹੜਾ ਸੀ ਫਿਰ ਦੇਣਾ ਕੀਤਾ। ਹਰਖਿਓ ਹਿਰਦੇ ਵਸ਼ੇਖ, ਬਹੁਤ ਹਿਰਦੇ ਵਿੱਚ ਖੁਸ਼ ਹੋਇਆ। ਦਏ 17 ਸਹਿ ਅਧਿਕ, 1700 ਜਿਹੜੇ ਸੀ ਅਧਿਕ ਬਹੁਤੇ ਜਿਹੜੇ ਸੀ ਉਹ ਦੇਣਾ ਕੀਤੇ। ਹਿੰਦ ਤੁਰਕ ਬਹੁ ਆਏ, ਬਹੁਤ ਜ਼ਿਆਦੇ ਹਿੰਦੂ ਤੇ ਮੁਸਲਮਾਨ ਜਿਹੜੇ ਸੀ ਉਹ ਸ੍ਰੀ ਗੁਰੂ ਜੀ ਕੋਲ ਆਏ ਚੱਲ ਕਰਕੇ। ਦੇਤ ਵਧਾਈ ਮਿਲ ਸਬੈ, ਵਧਾਈਆਂ ਦਿੰਦੇ ਆ ਸਾਰੇ ਮਿਲ ਕਰਕੇ। ਭਾਖੇ ਬਹੁਰ ਸੁਨਾਏ, ਇਉਂ ਫਿਰ ਮਹਾਰਾਜ ਜੀ ਨੂੰ ਬੋਰੋ ਨਾ ਇਉਂ ਸੁਣਾ ਕਰਕੇ ਕਹਿੰਦੇ ਆ, ਹਮੇ ਸੁਨਿਓ ਕ੍ਰਿਤ ਤਜ ਦਈ। ਮਹਾਰਾਜ ਅਸੀਂ ਤੇ ਸੁਣਿਆ ਕਿ ਆਪ ਨੇ ਜਿਹੜੀ ਆ ਮੋਦੀ ਖਾਨੇ ਦੀ ਕਿਰਤ ਜਿਹੜੀ ਹੈ ਕਾਰ ਉਹ ਤਜ ਦਿੱਤੀ ਹੈ, ਭਾਵ ਛੱਡ ਦਿੱਤੀ ਹੈ। ਦੋਹਰਾ ਅਦਕ ਕੀਨ ਅਫਸੋਸ ਹਮ, ਮਹਾਰਾਜ ਜੀ ਤਾਂ ਬਹੁਤ ਅਫਸੋਸ ਕੀਤਾ, ਬੜਾ ਸਾਨੂੰ ਦੁੱਖ ਲੱਗਿਆ ਕਿ ਜਦੋਂ ਇਹ ਸੁਣਿਆ ਕਿ ਆਪ ਨੇ ਮੋਦੀ ਦੀ ਕਾਰ ਛੱਡ ਦਿੱਤੀ ਹੈ। ਤੁਮ ਉਪਕਾਰ ਸਰੀਰ, ਕਿਉਂਕਿ ਮਹਾਰਾਜ ਤੁਹਾਡਾ ਤਾਂ ਉਪਕਾਰ ਦਾ ਹੀ ਸਰੀਰ ਹੈ, ਜਿਵੇਂ ਉਪਕਾਰ ਨਹੀਂ ਆਪਣਾ ਸਰੀਰ ਧਾਰਨਾ ਕੀਤਾ, ਏਡਾ ਉਪਕਾਰ ਸਾਡੇ ਗਰੀਬਾਂ ਤੇ ਕਰਦੇ ਹੋ। ਕ੍ਰਿਤ ਲੀਨੀ ਹਰਖੇ ਸੁਨਤ, ਮਹਾਰਾਜ ਫਿਰ ਅਸੀਂ ਸੁਣ ਲਿਆ ਕਿ ਆਪ ਨੇ ਮੋਦੀ ਦੀ ਕਾਰ ਫਿਰ ਸੰਭਾਲ ਲਈ ਹੈ। ਸੁਣ ਕੇ ਮਹਾਰਾਜ ਤਾਂ ਬੜੇ ਖੁਸ਼ ਹੋਏ ਹਾਂ। ਵਧੀਏ ਗੁਣੀ ਗਹੀਰ, ਇਹ ਗੁਣਾ ਦੇ ਗਹੀਰ ਸਤਿਗੁਰੂ ਆਪ ਦੀ ਜੈ ਜੈਕਾਰ ਹੋਵੇ, ਸਦਾ ਆਪ ਵਧੋ ਫੁੱਲੋ। ਇਉਂ ਜਦੋਂ ਗਰੀਬ ਕੋਈ ਜਿਹੜਾ ਹੈ ਜਸ ਗਾਉਂਦਾ ਨਾ ਤੇ ਮਹਾਰਾਜ ਸਾਹਿਬ ਜੀ ਦੀ ਆਗਿਆ ਕਿ ਗਰੀਬ ਦੇ ਮੁਖ ਤੇ ਹੀ ਨਿਰੰਕਾਰ ਦੀ ਅਸੀਸ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਸਾਨੂੰ ਦਰਸਾਇਆ ਹੈ ਗਰੀਬ ਨਵਾਜ ਜੀ ਨੇ। ਜਿੰਨੇ ਉਥੋਂ ਦੇ ਰਹਿਣ ਵਾਲੇ ਆ ਨਾ ਸਾਰੇ ਸ੍ਰੀ ਗੁਰੂ ਜੀ ਦਾ ਭਲਾ ਮੰਗਦੇ ਆ, ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੇ। ਮਹਾਰਾਜ ਆਪ ਵਧੋ ਫੁੱਲੋ ਸਦਾ ਹੀ। ਜਥਾ ਉਚਿਤ ਸਨਮਾਨ ਕੈ, ਜਿਸ ਤਰ੍ਹਾਂ ਯੋਗ ਸੀ ਸਭ ਦਾ ਸਨਮਾਨ ਕੀਤਾ। ਵਿਦਾ ਕੀਨ ਗੁਣ ਐਨ, ਗੁਣਾਂ ਦੇ ਘਰ ਸਤਿਗੁਰੂ ਜੀ ਨੇ ਫਿਰ ਸਭ ਨੂੰ ਵਿਦਾ ਕਰਨਾ ਕੀਤਾ। ਕਰਨ ਲੱਗੇ ਮੋਦੀ ਕਿਰਤ, ਫਿਰ ਮਹਾਰਾਜ ਮੋਦੀ ਦੀ ਕਾਰ ਗਰੀਬ ਨਵਾਜ ਜੀ ਕਰਨ ਲੱਗ ਪਏ। ਪੂਰਬ ਜਿਉ ਮਨ ਭੈ ਨਾ, ਪਹਿਲਾਂ ਦੀ ਤਰ੍ਹਾਂ ਜਿਨ੍ਹਾਂ ਦੇ ਮਨ ਦੇ ਅੰਦਰ ਕਿਸੇ ਦਾ ਕੋਈ ਭੈ ਨਹੀਂ, ਸੱਚੇ ਪਾਤਸ਼ਾਹ ਬੇਖੌਫ ਗਰੀਬ ਨਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਤਾਂ ਨਾਮ ਲੈਂਦੇ ਹੀ ਖੌਫ ਵੀ ਡਰ ਜਾਂਦਾ ਹੈ, ਜਿਨ੍ਹਾਂ ਦਾ ਨਾਮ ਹੀ ਏਡਾ ਪ੍ਰਤਾਪੀ ਹੈ ਕਿ ਡਰ ਨੂੰ ਵੀ ਡਰ ਪੈ ਜਾਂਦਾ ਹੈ। ਐਸੇ ਦੀਨ ਦਿਆਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੋਦੀ ਦੀ ਕਾਰ ਸਤਿਗੁਰਾਂ ਜੀ ਨੇ ਫਿਰ ਉਵੇਂ ਹੀ ਤੱਕੜ ਪਕੜ ਲਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਅੱਗੇ ਜੇ ਕੋਈ ਝੋਲੀਆਂ ਅੱਡਦੇ ਐ ਤੇ ਹਜੂਰ ਭਰ ਭਰ ਕੇ ਪਾਈ ਜਾਂਦੇ ਸੱਚੇ ਪਾਤਸ਼ਾਹ। ਰਸਤਾਂ ਵੀ ਜਿਹੜੀਆਂ ਖੁੱਲੀਆਂ ਹੀ ਮਹਾਰਾਜ ਵੰਡੀ ਜਾਂਦੇ ਆ, ਵਸਤਰ ਵੰਡੀ ਜਾਂਦੇ ਆ, ਖਾਣ ਵਾਲੇ ਪਦਾਰਥ ਜਿਹੜਾ ਹੈ ਧਨ ਆਦਿਕ ਸਭ ਦਾ ਇਹੋ ਜਿਹਾ ਪ੍ਰਵਾਹ ਮਹਾਰਾਜ ਜੀ ਨੇ ਚਲਾਇਆ। ਸੱਚੇ ਪਾਤਸ਼ਾਹ ਦੇ ਦਰ ਤੋਂ ਹਸੂ ਹਸੂ ਕਰਕੇ ਜਾਂਦੇ ਆ, ਬਹੁਤ ਪ੍ਰਸੰਨ ਚਿੱਤ ਸਭ ਜਾਂਦੇ ਆ। ਇੱਕ ਤਾਂ ਪਦਾਰਥ ਮਿਲਦੇ ਆ, ਸ੍ਰੀ ਗੁਰੂ ਜੀ ਦਾ ਦਰਸ਼ਨ ਵੇਖ ਕੇ ਆਨੰਦ ਆਉਂਦਾ। ਜਦੋਂ ਮਹਾਰਾਜ ਵੱਲ ਵੇਖਦੇ ਆ ਤੇ ਵੇਖਦਿਆਂ ਹੀ ਖੁਸ਼ੀ ਜਿਹੜੀ ਆ ਹਿਰਦੇ ਦੇ ਅੰਦਰ ਪ੍ਰਗਟ ਹੁੰਦੀ ਹੈ। ਐਸਾ ਦੀਨ ਦਿਆਲ ਜੀ ਦਾ ਦਰਸ਼ਨ ਹੀ ਜਿਹੜਾ ਦੁੱਖਾਂ ਨੂੰ ਤੋੜਨ ਵਾਲਾ ਹੈ। ਇੱਥੇ ਅਧਿਆਇ ਜਿਹੜਾ 18ਵਾਂ ਸੰਪੂਰਨ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਪ੍ਰੇਮ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਜਥਾ ਉਚਿਤ ਸਨਮਾਨ ਕੈ, ਵਿਦਾ ਕੀਨ ਗੁਣ ਐਨ, ਕਰਨ ਲੱਗੇ ਮੋਦੀ ਕਿਰਤ, ਪੂਰਬ ਜਿਉ ਮਨ ਭੈ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, हे पूरन हे सर्ब मैं दुख भंजन गुण तास, हे संगी हे निरंकार, हे निर्गुण सब टेक, हे गोबिंद हे गुण निधान, जाकै सदा विवेक, हे अपरंपर हर हरे, हर पी होवन हार,
ਏ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੁ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ